वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 113। ਮੁਗਲ ਸਰਦਾਰ ਦੀ ਨਿਰਾਸ਼ਤਾ ਅਤੇ ਪਡੋਲ ਕਟੂਹੇ ਦੇ ਲੋਕਾਂ ਦੀ ਸ਼ਾਮਤ। ਐਡੀ ਵੱਡੀ ਵਿਉਂਤ ਬੱਧ ਮੁਹਿੰਮ ਅੱਖ ਦੇ ਪਲਕਾਰੇ ਵਿੱਚ ਘੱਟੇ ਕੌਡੀ ਹੋ ਗਈ। ਸਰਦਾਰ ਸੁਪਨੇ ਲੈ ਰਹੇ ਸਨ ਕਿ ਉਹ ਸਫਲਤਾ ਦੇ ਐਨ ਲਾਗੇ ਪਹੁੰਚ ਚੁੱਕੇ ਸਨ। ਬਾਦਸ਼ਾਹ ਉਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ 'ਤੇ ਖੁਸ਼ ਹੋ ਕੇ ਇਨਾਮ ਕਿਰਾਮ ਅਤੇ ਖਿਤਾਬਾਂ ਨਾਲ ਉਹਨਾਂ ਨੂੰ ਲੱਦ ਦੇਵੇਗਾ। ਉਹ ਖੁਸ਼ ਸਨ ਕਿ ਜੋ ਬਾਦਸ਼ਾਹ ਦੀ ਅਗਵਾਈ ਵਿੱਚ ਕੰਮ ਨਾ ਹੋ ਸਕਿਆ ਉਹ ਉਹਨਾਂ ਇਕੱਲਿਆਂ ਹੀ ਕਰ ਵਿਖਾਇਆ। ਪਰ ਜਦ ਬੰਦਾ ਸਿੰਘ ਲਗਭਗ ਕਾਬੂ ਆਇਆ, ਹੱਥੋਂ ਤਿਲਕ ਗਿਆ, ਤਾਂ ਰੁਸਤਮ ਦਿਲ ਖਾਂ ਦਾ ਦਿਲ ਟੁੱਟ ਗਿਆ। ਉਸ ਦੀ ਨਿਰਾਸ਼ਤਾ ਦੀ ਕੋਈ ਹੱਦ ਨਾ ਰਹੀ। ਬੰਦਾ ਸਿੰਘ ਨੂੰ ਫੜ ਲੈਣ ਦੀ ਕੋਈ ਉਮੀਦ ਨਾ ਰਹੀ, ਕਿਉਂਕਿ ਉਹ ਹੁਣ ਉੜਬ ਖੋਬੜ ਪਹਾੜਾਂ ਦੀਆਂ ਤੰਗ ਔਖੀਆਂ ਘਾਟੀਆਂ, ਗੁੰਝਲਦਾਰ ਡੰਡੀਆਂ ਅਤੇ ਹਨੇਰੀਆਂ ਗਾਰਾਂ ਗੱਡਾਂ ਵਿੱਚ ਜਾ ਵੜਿਆ ਸੀ। ਰੁਸਤਮ ਦਿਲ ਖਾਂ ਦੀ ਨਿਰਾਸ਼ਤਾ ਨੇ ਉਸ ਨੂੰ ਬਹੁਤ ਛੇਥਿਆਂ ਪਾ ਦਿੱਤਾ। ਉਸ ਨੇ ਆਪਣਾ ਗੱਚ ਪੜੋਲ ਕਟੂਹੇ ਅਤੇ ਲਾਗੇ ਦੀ ਵਸੋਂ 'ਤੇ ਕੱਢਿਆ। ਆਪਣੀ ਨਾਕਾਮਯਾਬੀ ਤਾਂ ਕਿਸੇ ਦੇ ਸਿਰ ਥੱਪਣੀ ਹੀ ਸੀ, ਸੋ ਉਸ ਨੇ ਅਨੇਕਾਂ ਬੇਗੁਨਾਹ ਅਤੇ ਮਾਸੂਮ ਲੋਕਾਂ ਨੂੰ ਝੂਠੀ ਊਜ ਪੱਲੇ ਧਰ ਕੇ ਫੜ ਲਿਆ ਕਿ ਉਹ ਸਿੱਖ ਹਨ ਅਤੇ ਬੰਦਾ ਸਿੰਘ ਦੇ ਹਮਾਇਤੀ ਹਨ। ਬੱਚੇ, ਬੁੱਢੇ ਤੇ ਜਵਾਨ ਫੜ ਕੇ ਗੁਲਾਮ ਬਣਾ ਲਏ ਅਤੇ ਆਪਣੇ ਸਿਪਾਹੀਆਂ ਨੂੰ, ਜਿਨ੍ਹਾਂ ਨੂੰ ਬੜੇ ਚਿਰ ਤੋਂ ਤਨਖਾਹਾਂ ਨਹੀਂ ਸਨ ਮਿਲੀਆਂ, ਇਹ ਫੜੇ ਹੋਏ ਬਦਨਸੀਬ ਲੋਕ ਤਨਖਾਹਾਂ ਵਜੋਂ ਦੇ ਦਿੱਤੇ ਗਏ। ਇੰਜ ਸਾਰੇ ਜਬਰੀ ਬਣਾਏ ਗੁਲਾਮ ਬੰਦੀ ਬਣਾ ਕੇ ਲਾਹੌਰ ਲਿਆਂਦੇ ਗਏ, ਜਿੱਥੇ ਇਹਨਾਂ ਨੂੰ ਲਾਹੌਰ ਦੀ ਘੋੜ ਮੰਡੀ ਵਿੱਚ ਪਸ਼ੂਆਂ ਵਾਂਗ ਵੇਚਿਆ ਗਿਆ ਅਤੇ ਇੰਜ ਤਨਖਾਹਾਂ ਪੂਰੀਆਂ ਕੀਤੀਆਂ ਗਈਆਂ। ਮੁਗਲ ਸਰਦਾਰਾਂ ਦੀ ਆਪੋ ਵਿੱਚ ਨਚਾਕੀ। ਜਿੱਤ ਵਿੱਚ ਹਰ ਕੋਈ ਹਿੱਸੇਦਾਰ ਬਣ ਬਹਿੰਦਾ ਹੈ, ਪਰ ਹਾਰ ਵੇਲੇ ਕੋਈ ਵੀ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਹੁੰਦਾ ਕਿ ਇਹ ਮੇਰੀ ਢਿੱਲ ਦਾ ਸਬੱਬ ਹੈ। ਬੰਦਾ ਸਿੰਘ ਤਾਂ ਅੱਖਾਂ ਦੇ ਮੂਹਰੇ ਹੀ ਅਲੋਪ ਹੋ ਗਿਆ ਅਤੇ ਜਾਂਦਾ ਹੋਇਆ ਕਈਆਂ ਨੂੰ ਬਿਲੇ ਲਾ ਗਿਆ, ਅਨੇਕਾਂ ਘਾਇਲ ਕਰਕੇ ਸੁੱਟ ਗਿਆ। ਇਸ ਵਿੱਚ ਕਿਸ ਦੀ ਢਿੱਲ ਹੈ, ਕੌਣ ਸਵੀਕਾਰ ਕਰੇ। ਬੰਦਾ ਸਿੰਘ ਨਿਕਲਿਆ ਵੀ ਰੁਸਤਮ ਜੰਗ ਵੱਲੋਂ ਰੋਕੀ ਬਾਹੀ ਨੂੰ ਚੀਰ ਕੇ ਸੀ। ਇਸ ਦੇ ਛੇਤੀ ਹੀ ਪਿੱਛੋਂ ਮੁਹੰਮਦ ਅਮੀਨ ਖਾਨ ਅਤੇ ਰੁਸਤਮ ਦਿਲ ਖਾਨ ਵਿਚਕਾਰ ਮਤਭੇਦ ਦੇ ਕਾਰਨ ਕਾਫੀ ਕੁੜੱਤਨਤਾ ਆ ਗਈ, ਜੋ ਇੰਨੀ ਵੱਧ ਗਈ ਕਿ ਅਮੀਨ ਖਾਨ ਰੁਸਤਮ ਦਿਲ ਦੇ ਵਿਰੁੱਧ ਹੋਈ ਅਣਹੋਈ ਨੂੰ ਗੰਢ ਅਤੇ ਵਧਾ ਚੜ੍ਹਾ ਕੇ ਬਾਦਸ਼ਾਹ ਦੇ ਕੰਨ ਭਰਨ ਅਤੇ ਉਸ ਵੱਲ ਬਾਦਸ਼ਾਹ ਦਾ ਮਨ ਮੈਲਾ ਕਰਨ ਵਿੱਚ ਸਫਲ ਹੋ ਗਿਆ। ਜਿਵੇਂ ਕਿ ਲਗਭਗ ਸਾਰੇ ਹੀ ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਹਨ, ਬਹਾਦਰ ਸ਼ਾਹ ਇਸ ਸਿਫਤ ਵਿੱਚ ਹੋਰਨਾਂ ਨਾਲੋਂ ਵੀ ਬਹੁਤ ਅੱਗੇ ਸੀ ਅਤੇ ਸੱਚ ਜਾਣਨ ਦੀ ਥਾਂ ਚੁਗਲੀਆਂ ਅਤੇ ਝੂਠ ਮੂਠ ਦੀਆਂ ਊਜਾਂ ਨੂੰ ਹੀ ਪੱਲੇ ਬੰਨ੍ਹ ਲੈਂਦਾ ਸੀ। ਮੁਹੰਮਦ ਅਮੀਨ ਖਾਨ ਨੇ ਬਾਦਸ਼ਾਹ ਦੀ ਇਸ ਕਮਜ਼ੋਰੀ ਤੋਂ ਖੂਬ ਫਾਇਦਾ ਉਠਾਇਆ। ਮੁਗਲ ਦਰਬਾਰ ਵਿੱਚ ਦੂਜਿਆਂ ਦੀਆਂ ਲੱਤਾਂ ਖਿੱਚ ਕੇ, ਉਹਨਾਂ ਨੂੰ ਬਾਦਸ਼ਾਹ ਦੀਆਂ ਨਜ਼ਰਾਂ ਵਿੱਚੋਂ ਗਿਰਾ ਕੇ ਆਪ ਅੱਗੇ ਵਧਣਾ ਅਤੇ ਬਾਦਸ਼ਾਹ ਦੇ ਕਰੀਬ ਹੋ ਕੇ ਨਿੱਜੀ ਲਾਭ ਕਮਾਉਣ ਦਾ ਮਰਜ਼ ਵਾਬ ਵਾਂਗ ਵਧਿਆ ਹੋਇਆ ਸੀ। ਮੁਹੰਮਦ ਅਮੀਨ ਖਾਂ ਭਾਵੇਂ ਆਪ ਇੱਕ ਬਹੁਤ ਚੰਗਾ, ਸਿਆਣਾ ਅਤੇ ਮੁਗਲ ਰਾਜ ਦਾ ਵਫ਼ਾਦਾਰ ਜਰਨੈਲ ਸੀ, ਪਰ ਇਹ ਵੀ ਉੱਪਰਲੇ ਰੋਗ ਦਾ ਗ੍ਰਸਿਆ ਹੋਇਆ ਸੀ। ਇਸ ਦੇ ਵੀ ਮੌਕਾ ਹੱਥ ਆ ਗਿਆ ਕਿ ਬਾਦਸ਼ਾਹ ਨੂੰ ਕਿਸੇ ਮਾੜੀ ਘਟਨਾ ਵਿੱਚ ਜਾਂ ਹਾਰ ਜੋ ਕਿਸੇ ਦੇ ਜ਼ਾਹਰਾ ਤੌਰ 'ਤੇ ਜ਼ਿੰਮੇ ਲੱਗਦੀ ਹੋਵੇ, ਉਸ ਨੂੰ ਵਧਾ ਚੜ੍ਹਾ ਕੇ ਦੱਸਿਆ ਆਪਣੇ ਵਿਰੋਧੀ ਦੇ ਬਰਖਿਲਾਫ ਲਾਭ ਪ੍ਰਾਪਤ ਕਰ ਲੈਣਾ ਮੌਕੇ ਅਨੁਸਾਰ ਬੁਰਾ ਨਹੀਂ। ਉਸ ਨੇ ਉਹ ਕੁਝ ਕੀਤਾ ਜੋ ਮੁਗਲ ਦਰਬਾਰ ਵਿੱਚ ਹੋ ਰਿਹਾ ਸੀ। ਉਸ ਨੇ ਬਾਦਸ਼ਾਹ ਨੂੰ ਲਿਖ ਭੇਜਿਆ ਕਿ ਬੰਦਾ ਸਿੰਘ ਬਿਲਕੁਲ ਹੱਥ ਵਿੱਚ ਆ ਹੀ ਗਿਆ ਸੀ ਜੇ ਰੁਸਤਮ ਇਹ ਜੰਗ ਆਪਣੀ ਬਦਨੀਤੀ ਨਾਲ ਉਸ ਦੇ ਨਿਕਲਣ ਭੱਜਣ ਵਿੱਚ ਸਹਾਈ ਨਾ ਹੁੰਦਾ। ਇਸ ਨੇ ਉਸ ਪਾਸੋਂ ਇੱਕ ਵੱਡੀ ਰਕਮ ਲੈ ਕੇ ਆਪਣੀ ਬਾਹੀ ਵਾਲੇ ਪਾਸਿਓਂ ਉਸ ਨੂੰ ਨਿਕਲ ਜਾਣ ਵਿੱਚ ਸਹਾਇਤਾ ਕੀਤੀ ਹੈ, ਕਿਉਂਕਿ ਇਸ ਨੇ ਬੰਦਾ ਸਿੰਘ ਨੂੰ ਰੋਕਣ ਵਿੱਚ ਜ਼ਾਹਰਾ ਢਿੱਲ ਕੀਤੀ ਹੈ। ਇਹ ਚਾਹੁੰਦਾ ਤਾਂ ਉਸ ਨੂੰ ਫੜ ਸਕਦਾ ਸੀ। ਇੱਥੋਂ ਸਿੱਧ ਹੁੰਦਾ ਹੈ ਕਿ ਇਹ ਉਸ ਨਾਲ ਲਾਲਚ ਵਸ ਮਿਲਿਆ ਹੋਇਆ ਸੀ। ਮੁਹੰਮਦ ਸ਼ਫੀ ਵਾਰਿਦ ਆਪਣੀ ਪੁਸਤਕ ਮਿਰਤ
ਵਾਰਦਾਤ ਵਿੱਚ ਇਸ ਬਾਰੇ ਲਿਖਦਾ ਹੈ ਕਿ ਮੁਹੰਮਦ ਅਮੀਨ ਖਾਨ ਨੇ ਰੁਸਤਮ-ਏ-ਜੰਗ ਦੇ ਵਿਰੁੱਧ ਬੇਈਮਾਨੀ ਅਤੇ ਦਗੇ ਦੀ ਊਜ ਲਗਾਈ ਅਤੇ ਕਿਹਾ ਕਿ ਰੁਸਤਮ-ਏ-ਜੰਗ ਨੇ ਨਰਗੇ ਵਿੱਚ ਆਏ ਬੰਦਾ ਸਿੰਘ ਪਾਸੋਂ ਇੱਕ ਵੱਡੀ ਰਕਮ ਵड्डी ਵਜੋਂ ਲੈ ਕੇ ਐਨ ਸਮੇਂ ਸਿਰ ਹਮਲਾ ਕਰਨ ਵਿੱਚ ਢਿੱਲ ਕੀਤੀ ਹੈ ਅਤੇ ਇਸ ਤਰ੍ਹਾਂ ਬੰਦਾ ਸਿੰਘ ਦੀ ਸਹਾਇਤਾ ਕਰਕੇ ਉਸ ਨੂੰ ਕਾਬੂ ਆਉਣ ਤੋਂ ਬਚਾ ਦਿੱਤਾ ਹੈ। ਕੰਨਾਂ ਦੇ ਕੱਚੇ ਅਤੇ ਲਾਈਲੱਗ ਬਾਦਸ਼ਾਹ ਨੇ ਅਮੀਨ ਖਾਨ ਦੀ ਇਸ ਮਨਘੜਤ ਕਹਾਣੀ ਨੂੰ ਸੱਚੀ ਮੰਨ ਲਿਆ। ਬਾਦਸ਼ਾਹ ਉੱਤੇ ਹੋਏ ਅਸਰ ਦੀ ਪੁਸ਼ਟੀ ਇਸ ਗੱਲ ਤੋਂ ਹੋ ਜਾਂਦੀ ਹੈ ਕਿ ਜਦ 11 ਜੁਲਾਈ ਨੂੰ ਰੁਸਤਮ ਦਿਲ ਖਾਂ ਵਜੋਂ ਭੇਜੀ ਅਰਜੀ ਬਾਦਸ਼ਾਹ ਨੂੰ ਪੁੱਜੀ, ਜਿਸ ਵਿੱਚ ਲਿਖਿਆ ਸੀ ਕਿ ਬੰਦਾ ਸਿੰਘ ਜੰਮੂ ਦੇ ਪਹਾੜਾਂ ਦੇ ਦर्रे ਵਿੱਚ ਚਲਾ ਗਿਆ ਹੈ ਅਤੇ ਜੇ ਮੈਨੂੰ ਸ਼ਹਿਨਸ਼ਾਹ ਵੱਲੋਂ ਸਹਾਇਤਾ ਵਜੋਂ ਹੋਰ ਇਮਦਾਦੀ ਫੌਜ ਮਿਲ ਜਾਏ ਤਾਂ ਮੈਂ ਉਸ ਨੂੰ ਦर्रे ਦੇ ਮੂੰਹ ਅਤੇ ਛੱਡ ਕੇ ਆਪ ਉਸ ਦੇ ਵਿਰੁੱਧ ਦर्रे ਵਿੱਚ ਜਾਵਾਂ ਅਤੇ ਬੰਦਾ ਸਿੰਘ ਨੂੰ ਫੜਾਂ ਜਾਂ ਮਾਰਾਂ। ਜਾਂ ਬਾਦਸ਼ਾਹ ਇਸ ਉੱਤੇ ਕੋਈ ਅਮਲ ਕਰਨ ਦੀ ਥਾਂ ਚੁੱਪ ਰਿਹਾ। ਇੱਥੋਂ ਤੱਕ ਕਿ ਉਸ ਨੂੰ ਕੋਈ ਉੱਤਰ ਵੀ ਨਾ ਘਲਾਇਆ। ਬਾਦਸ਼ਾਹ ਦੇ ਇਸ ਰੁੱਖੇ ਅਤੇ ਅਯੋਗ ਵਰਤਾਓ ਨੇ ਰੁਸਤਮ ਦਿਲ ਖਾਂ ਨੂੰ ਪਰੇਸ਼ਾਨ ਕਰ ਦਿੱਤਾ। ਉਸ ਦੀ ਵਫਾਦਾਰੀ ਵਿੱਚ ਤਾਂ ਕੋਈ ਫਰਕ ਨਹੀਂ ਸੀ ਆਇਆ, ਨਾ ਹੀ ਉਸ ਪਾਸੋਂ ਕੋਈ ਐਸੀ ਅਵੱਗਿਆ ਹੋਈ ਸੀ, ਪਰ ਬਾਦਸ਼ਾਹ ਦਾ ਰੁੱਖਾਪਣ ਕਿਉਂ? ਇਸ ਨੂੰ ਆਪਣੇ ਬਦਘਾਤ ਦੀ ਡੂੰਘੀ ਚਾਲ ਸਮਝ ਕੇ ਇਕੱਲਾ ਹੀ ਲਾਹੌਰ ਵੱਲ ਤੁਰ ਆਇਆ ਤਾਂ ਕਿ ਬਾਦਸ਼ਾਹ ਦੀ ਸੇਵਾ ਵਿੱਚ ਆਪ ਹਾਜ਼ਰ ਹੋ ਕੇ ਖੁਦ ਸਾਰੀ ਹਕੀਕਤ ਬਿਆਨ ਕਰੇ ਅਤੇ ਹੋਰ ਸੈਨਾ ਦੀ ਸਹਾਇਤਾ ਲਈ ਅਰਜ਼ ਗੁਜ਼ਾਰੇ। ਬਾਦਸ਼ਾਹ ਨੂੰ ਉਸ ਦੇ ਜੰਮੂ ਵੱਲੋਂ ਫੌਜ ਨੂੰ ਪਿੱਛੇ ਛੱਡ ਤੁਰ ਆਉਣ ਦੀ ਖਬਰ ਮਿਲ ਚੁੱਕੀ ਸੀ। ਇਸ ਨਾਲ ਬਾਦਸ਼ਾਹ ਨੂੰ ਹੋਰ ਚਿੱਪ ਚੜ੍ਹੀ। ਸੋ ਬਹਾਦਰ ਸ਼ਾਹ ਨੇ ਹਮੀਦਦੀਨ ਨੂੰ ਹੁਕਮ ਦਿੱਤਾ ਕਿ ਰੁਸਤਮ ਦਿਲ ਖਾਂ ਨੂੰ ਬਾਦਸ਼ਾਹੀ ਲਸ਼ਕਰ ਵਿੱਚ ਨਾ ਵੜਨ ਦਿੱਤਾ ਜਾਵੇ। ਪਰ ਜਦ ਉਸ ਨੂੰ ਦੱਸਿਆ ਗਿਆ ਕਿ ਉਹ ਤਾਂ ਅੱਗੇ ਹੀ ਲਾਹੌਰ ਆਇਆ ਹੋਇਆ ਹੈ ਅਤੇ ਇਸ ਵੇਲੇ ਆਪਣੀ ਹਵੇਲੀ ਵਿੱਚ ਹੈ, ਬਾਦਸ਼ਾਹ ਬਹੁਤ ਗਜ਼ਬਨਾਕ ਹੋਇਆ ਅਤੇ ਹੁਕਮ ਦਿੱਤਾ ਕਿ ਉਸ ਦਾ ਘਰ ਘਾਟ ਜ਼ਬਤ ਕਰ ਲਿਆ ਜਾਏ ਅਤੇ ਅੱਗੋਂ ਕੋਈ ਊਚ ਨੀਚ ਕਰੇ ਤਾਂ ਜਾਨੋਂ ਮਾਰ ਦਿੱਤਾ ਜਾਏ। 22 ਅਗਸਤ ਨੂੰ ਜਦ ਸਰਕਾਰੀ ਅਫਸਰ ਬਾਦਸ਼ਾਹ ਦਾ ਹੁਕਮ ਲੈ ਕੇ ਗਏ ਤਾਂ ਰੁਸਤਮ ਦਿਲ ਖਾਂ ਅੱਗੋਂ ਲੜਨ ਨੂੰ ਤਿਆਰ ਹੋ ਪਿਆ। ਅਫਸਰਾਂ ਨੇ ਉਸ ਨੂੰ ਜ਼ੋਰ ਨਾਲ ਕਾਬੂ ਕਰ ਲਿਆ ਪਰ ਜਾਨੋਂ ਨਾ ਮਾਰਿਆ। ਜਦ ਬਾਦਸ਼ਾਹ ਨੂੰ ਇਹ ਖਬਰ ਦੇ ਕੇ ਅਗਲਾ ਹੁਕਮ ਪੁੱਛਿਆ ਗਿਆ ਤਾਂ ਉਸਨੇ ਹੁਕਮ ਦਿੱਤਾ ਕਿ ਰੁਸਤਮ ਦਿਲ ਖਾਂ ਦੇ ਹੱਥ ਕੜੀਆਂ ਅਤੇ ਪੈਰੀ ਬੇੜੀਆਂ ਪਾ ਕੇ ਸ਼ਾਹੀ ਕਿਲੇ ਵਿੱਚ ਕੈਦ ਕਰ ਦਿੱਤਾ ਜਾਵੇ। ਉਸ ਦਾ ਘਰ ਘਾਟ ਅਤੇ ਮਾਲ ਅਸਬਾਬ ਸਭ ਜ਼ਬਤ ਕਰ ਲਿਆ ਜਾਵੇ। ਉਸ ਦੀ ਆਲੀਸ਼ਾਨ ਹਵੇਲੀ ਜੋ ਸ਼ਾਹੀ ਮਹਿਲ ਨਾਲੋਂ ਘੱਟ ਨਹੀਂ ਸੀ, ਸਰਬਰਾਹ ਖਾਨ ਕੋਤਵਾਲ ਨੂੰ ਦੇ ਦਿੱਤੀ ਜਾਏ। ਬਾਦਸ਼ਾਹ ਨੂੰ ਭਾਵੇਂ ਮੁਹੰਮਦ ਅਮੀਨ ਖਾਨ ਨੇ ਪਹਿਲਾਂ ਹੀ ਭਕਾਇਆ ਹੋਇਆ ਸੀ, ਪਰ ਰੁਸਤਮ ਦਿਲ ਖਾਂ ਦੇ ਬਿਨਾਂ ਸ਼ਾਹੀ ਹੁਕਮ ਦੇ ਫੌਜ ਜੰਮੂ ਛੱਡ ਕੇ ਆਪਣੀ ਮਰਜ਼ੀ ਨਾਲ ਲਾਹੌਰ ਆ ਜਾਣ ਕਾਰਨ ਬਾਦਸ਼ਾਹ ਦੇ ਗੁੱਸੇ ਦੀ ਸਿਖਰ ਹੋ ਗਈ ਅਤੇ ਆਪਣੇ ਉੱਘੇ ਜਰਨੈਲ ਵਿਰੁੱਧ ਐਡੇ ਕਰੜੇ ਹੁਕਮ ਦੇ ਦਿੱਤੇ। ਰੁਸਤਮ ਦਿਲ ਖਾਂ ਬੜਾ ਬਹਾਦਰ, ਮੁਹਿੰਮਾਂ ਦਾ ਹੰਢਿਆ ਪਰਖਿਆ, ਬੜੇ ਸਾਊ ਅਤੇ ਖੁਲਾਸੇ ਸੁਭਾਅ ਵਾਲਾ ਸਰਦਾਰ ਸੀ। ਸਰਕਾਰੀ ਅਫਸਰ ਜਦ ਉਸ ਨੂੰ ਬੇੜੀਆਂ ਪਾਈ ਕਿਲੇ ਵੱਲ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਕਈ ਲੋਕਾਂ ਨੇ, ਜੋ ਉਸ ਦੇ ਹੱਥੋਂ ਕਿਸੇ ਕਾਰਨ ਦੁਖੀ ਸਨ, ਉਸ ਨੂੰ ਗਾਲਾਂ ਕੱਢੀਆਂ, ਉਸ ਵੱਲ ਨਫ਼ਰਤ ਨਾਲ ਥੁੱਕਿਆ ਅਤੇ ਘੱਟੇ ਦੇ ਬੁੱਕ ਭਰ ਭਰ ਕੇ ਉਸ ਉੱਤੇ ਸਿੱਟੇ। ਪਰ ਉਹ ਆਪਣੇ ਖੁੱਲ੍ਹੇ ਖੁਲਾਸੇ ਅਤੇ ਬੇਪਰਵਾਹ ਸੁਭਾਅ ਅਨੁਸਾਰ ਬਿਲਕੁਲ ਘਬਰਾਇਆ ਨਹੀਂ, ਸਗੋਂ ਆਪਣੇ ਉਹਨਾਂ ਅਫਸਰਾਂ ਜਿਨ੍ਹਾਂ ਉਸ ਨੂੰ ਫੜਿਆ ਹੋਇਆ ਸੀ ਅਤੇ ਉਸ ਨਾਲ ਹੀ ਹਾਥੀ 'ਤੇ ਸਵਾਰ ਸਨ, ਨਾਲ ਹਾਸਾ ਠੱਠਾ ਕਰਦਾ ਰਿਹਾ। ਅੱਗੇ ਜਾ ਕੇ ਰਾਹ ਵਿੱਚ ਇੱਕ ਪਾਸੇ ਖੜੋਤਿਆਂ ਬੰਦਿਆਂ ਚੋਂ ਕਿਸੇ ਮੰਚਲੇ ਨੇ ਉੱਚੀ ਸਾਰੀ ਆਵਾਜ਼ ਵਿੱਚ ਆਖ ਦਿੱਤਾ, ਦੱਲਾ ਦੱਲਾ। ਇਸ ਵੇਲੇ ਇਸਲਾਮ ਖਾਂ ਦੂਜੇ ਹਾਥੀ 'ਤੇ ਸਵਾਰ ਹੋਇਆ ਪਿੱਛੇ ਪਿੱਛੇ ਆ ਰਿਹਾ ਸੀ। ਰੁਸਤਮ ਦਿਲ ਖਾਂ ਨੇ ਉਸੇ ਬੇਪਰਵਾਹੀ ਨਾਲ ਉਹਨਾਂ ਵੱਲ ਮਾੜਾ ਜਿਹਾ ਤੱਕਿਆ ਤੇ ਕਹਿਣ ਲੱਗਾ, ਭਾਈ ਤੁਹਾਡਾ ਕਿਸ ਤੋਂ ਮਤਲਬ ਹੈ, ਅਗਲਾ ਦੱਲਾ ਜਾਂ ਪਿਛਲਾ ਦੱਲਾ? ਰੁਸਤਮ ਖਾਂ ਉੱਤੇ ਸ਼ਾਹੀ ਕਹਿਰ ਨਾਜ਼ਲ ਹੋ ਚੁੱਕਿਆ ਸੀ। ਉਸ ਦਾ ਮੀਰ ਤੋਜਕ ਦਾ ਅਹੁਦਾ ਇਸਲਾਮ ਖਾਂ ਨੂੰ ਦੇ ਦਿੱਤਾ ਗਿਆ ਅਤੇ ਇਨਾਇਤੁੱਲਾ ਖਾਂ ਖਾਨੀ ਸ਼ਾਮਾ ਨੂੰ ਹੁਕਮ ਹੋਇਆ ਕਿ ਉਸ ਦੀ ਕੁੱਲ ਜਾਇਦਾਦ ਜ਼ਬਤ ਕਰ ਲਈ ਜਾਏ। ਰੁਸਤਮ ਦਿਲ ਖਾਂ ਦੇ ਜ਼ਬਤ ਹੋਏ ਮਾਲ ਮਤਾਅ ਚੋਂ ਜੋ ਮਿਲਿਆ ਉਹ ਇਸ ਪ੍ਰਕਾਰ ਸੀ
516 ਦੀਆਂ ਅਸ਼ਰਫੀਆਂ, 1,36,000 ਚਾਂਦੀ ਦੇ ਰੁਪਏ, 70 ਘੋੜੇ, 19 ਊਠ, ਕੁਝ ਹੀਰੇ ਜਵਾਹਰਾਤ ਅਤੇ 40 ਗੱਡੇ ਤੰਬੂਆਂ ਦੇ। ਇਹਨਾਂ ਤੋਂ ਇਲਾਵਾ ਇੱਕ ਹਵੇਲੀ। 27 ਨਵੰਬਰ ਨੂੰ ਬਾਦਸ਼ਾਹ ਦੀ ਖਿਦਮਤ ਵਿੱਚ ਅਰਜ਼ ਹੋਈ ਕਿ ਰੁਸਤਮ ਦਿਲ ਖਾਨ ਦਾ ਵੱਡਾ ਭਾਈ ਸਿਕੰਦਰ ਖਾਂ ਕਾਂਗੜੇ ਦਾ ਕਿਲੇਦਾਰ ਮਰ ਗਿਆ ਹੈ। ਰੁਸਤਮ ਦਿਲ ਖਾਨ ਦੀ ਹਾਲਤ ਉੱਤੇ ਹਮਦਰਦੀ ਨਾਲ ਗੌਰ ਕੀਤਾ ਜਾਏ। ਰੁਸਤਮ ਦਿਲ ਖਾਨ ਨੂੰ ਕੈਦ ਹੋਏ ਨੂੰ 3 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਸੀ। ਇੰਨੇ ਕੁ ਵਕਫੇ ਵਿੱਚ ਬਾਦਸ਼ਾਹ ਦਾ ਉਸ ਵਿਰੁੱਧ ਗੁੱਸਾ ਵੀ ਠੰਡਾ ਹੋ ਗਿਆ ਸੀ। ਉਸਦੇ ਮਨ ਵਿੱਚ ਉਸਦੀ ਪਿਛਲੀ ਸੇਵਾ ਵਜੋਂ ਰਹਿਮ ਅਤੇ ਮੁਆਫ਼ੀ ਦੀ ਲਹਿਰ ਜਾਗ ਪਈ। ਕੰਨਾਂ ਦੇ ਕੱਚਿਆਂ ਨੂੰ ਗੁੱਸਾ ਚੜ੍ਹਨ ਉਤਰਨ ਲੱਗਿਆਂ ਦੇਰ ਨਹੀਂ ਲਾਉਂਦਾ। ਬਾਦਸ਼ਾਹ ਨੇ ਰੁਸਤਮ ਦਿਲ ਖਾਨ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਗਜਨਫਰ ਖਾਨ ਦਾ ਖਿਤਾਬ ਬਖਸ਼ਿਆ ਅਤੇ ਉਸਦੇ ਭਰਾ ਦੇ ਅਹੁਦੇ ਤੇ ਕਾਂਗੜੇ ਦਾ ਕਿਲੇਦਾਰ ਨਿਯੁਕਤ ਕਰਕੇ ਉੱਥੇ ਭੇਜ ਦਿੱਤਾ। ਮੁਹੰਮਦ ਅਮੀਨ ਖਾਨ ਸਿੱਖਾਂ ਦੀ ਸੁਧਾਈ ਲਈ ਪਹਾੜਾਂ ਵਿੱਚ ਹੀ ਰਿਹਾ। ਬਹੁਤ ਯਤਨ ਕੀਤੇ ਪਰ ਕੋਈ ਖਾਸ ਸਫਲਤਾ ਨਾ ਪ੍ਰਾਪਤ ਹੋਈ। ਬਾਦਸ਼ਾਹ ਦਾ ਲਾਹੌਰ ਪੁੱਜਣਾ ਸਿੱਖਾਂ ਤੇ ਔਖਦਾ ਸਮਾਂ। ਬਾਦਸ਼ਾਹ ਆਪਣੇ ਜਾਹੋ ਜਲਾਲ ਨਾਲ ਸ਼ਾਹੀ ਚਾਲੇ ਬੰਦਾ ਸਿੰਘ ਵਿਰੁੱਧ ਮੁਹਿੰਮ ਸਰ ਕਰਨ ਲਈ ਫੌਜ ਦੇ ਕੇ ਜਰਨੈਲਾਂ ਦੇ ਪਿੱਛੇ ਪਿੱਛੇ ਲਾਹੌਰ ਵੱਲ ਆ ਰਿਹਾ ਸੀ। ਲਾਹੌਰ ਡੇਰਾ ਖਾਂ ਮੁਹਿੰਮ ਤੇਜ਼ ਕਰਕੇ ਸਿੱਖਾਂ ਨੂੰ ਬਿਲਕੁਲ ਖਤਮ ਕਰਨ ਦਾ ਤਈਆ ਕੀਤਾ ਹੋਇਆ ਸੀ। ਬਾਦਸ਼ਾਹ 11 ਅਗਸਤ ਸੰਨ 1711 ਈਸਵੀ ਨੂੰ ਲਾਹੌਰ ਪੁੱਜਾ ਸੀ। ਉਸ ਨੇ ਆਪਣਾ ਉਤਾਰਾ ਸ਼ਾਹੀ ਕਿਲੇ ਵਿੱਚ ਕਰਨ ਦੀ ਥਾਂ ਰਾਵੀ ਦੇ ਕੰਢੇ ਪਿੰਡ ਆਹਲੂਵਾਲ ਦੇ ਪਾਸ ਕੀਤਾ ਅਤੇ ਇੱਥੇ ਟਿਕਿਆ। ਸ਼ਹਿਜ਼ਾਦਾ ਅਜੀਮੂ ਸ਼ਾਨ ਨੇ ਅਵਾਨ ਪਿੰਡ ਲਾਗੇ ਆਪਣਾ ਡੇਰਾ ਲਾਇਆ ਅਤੇ ਡੇਰੇ ਦੇ 4 ਚੁਫੇਰੇ ਖਜ਼ਾਨੇ ਅਤੇ ਹੋਰ ਭਾਰ ਵਾਲੇ ਗੱਡੇ ਖੜੇ ਕਰਕੇ ਵਲਗਣ ਵਗਣ ਲਈ। ਸ਼ਹਿਜ਼ਾਦਾ ਮੁਹੰਮਦ ਮੁਅੱਜ਼ਦੀਨ ਦਾ ਡੇਰਾ ਪਰਵੇਜ਼ਾਬਾਦ ਮੰਡੀ ਦੇ ਲਾਗੇ ਸੀ। ਰਫੀਉ ਸ਼ਾਨ ਦਾ ਦਰਿਆ ਰਾਵੀ ਦੇ ਕੰਢੇ ਧਰਮੂ ਦੇ ਬਾਗ ਪਾਸ ਅਤੇ ਚੌਥੇ ਮੁਹੰਮਦ ਜਹਾਂਦਾਰ ਸ਼ਾਹ ਦਾ ਡੇਰਾ ਸ਼ਾਹ ਮੀਰ ਖੁਸ਼ ਦੇ ਮੈਦਾਨ ਵਿੱਚ ਲੱਗਾ। ਇਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸਿੰਘਾਂ ਦੇ ਬੜਾ ਸਖਤੀ ਨਾਲ ਵਿਰੁੱਧ ਸੀ। ਉਸ ਦੀ ਇਹ ਮੁਹਿੰਮ ਇੱਕ ਵੱਡੇ ਪੈਮਾਨੇ ਤੇ ਜਹਾਦ ਸੀ ਅਤੇ ਗਾਜੀ ਦੀ ਪਦਵੀ ਦੀ ਪ੍ਰਾਪਤੀ ਦੇ ਆਸ਼ੇ ਨਾਲ ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਦੀ ਅਗਵਾਈ ਕਾਰਨ ਪੰਜਾਬ ਵੱਲ ਚੜ੍ਹ ਕੇ ਆਇਆ ਸੀ। ਇਸ ਲਈ ਬਾਦਸ਼ਾਹ ਤੇ ਸਿੱਖਾਂ ਵਿਰੁੱਧ ਚੜ੍ਹ ਕੇ ਆਉਣ ਦੀਆਂ ਖਬਰਾਂ ਸੁਣ ਕੇ ਹੀ ਲਾਹੌਰ ਦੇ ਕੱਟੜਪੰਥੀ ਮੁਸਲਮਾਨ ਭੂਏ ਆ ਗਏ ਅਤੇ ਹੱਦਾਂ ਬੰਨੇ ਤੋਂ ਬਾਹਰ ਹੋ ਤੁਰੇ। ਹੁਣ ਲਾਹੌਰ ਵਿੱਚ ਵਸਦੇ ਸਿੱਖਾਂ ਦੇ ਸਿਰਾਂ ਤੇ ਆਫਤ ਆ ਗਈ। ਸਾਰਾ ਇਲਾਕਾ ਸਿੱਖਾਂ ਲਈ ਕਤਲਗਾਹ ਹੀ ਬਣਿਆ ਹੋਇਆ ਸੀ। ਜਿਸ ਉੱਤੇ ਰਤਾ ਵੀ ਸ਼ੱਕ ਪੈ ਜਾਂਦਾ ਉਹ ਸਿੱਖ ਹੈ ਜਾਂ ਕਿਸੇ ਲੁਕੇ ਛੁਪੇ ਢੰਗ ਨਾਲ ਸਿੱਖਾਂ ਦੀ ਹਮਾਇਤ ਕਰਦਾ ਹੈ ਜਾਂ ਪਹਿਲਾਂ ਕੀਤੀ ਸੀ ਝੱਟ ਬੰਨ੍ਹ ਲਿਆ ਜਾਂਦਾ ਅਤੇ ਉਸਦਾ ਘਰ-ਬਾਰ ਲੁੱਟ-ਪੁੱਟ ਕੇ ਸਾੜ ਫੂਕ ਦਿੱਤਾ ਜਾਂਦਾ। ਬਾਲ ਬੱਚਾ ਵੀ ਨਾਲ ਧੂਇਆ ਘੜੀਸਿਆ ਜਾਂਦਾ। ਇੱਕ ਵਾਰ ਜੋ ਫੜਿਆ ਗਿਆ ਮੁੜ ਜਿਉਂਦਾ ਘਰ ਨਾ ਪਰਤਿਆ। ਇਹ ਮੁਸੀਬਤ ਸਿੱਖਾਂ ਉੱਤੇ ਉਹਨਾਂ ਦਿਨਾਂ ਤੋਂ ਉੱਠੀ ਹੋਈ ਸੀ ਜਦ ਕਿ ਹੈਦਰੀ ਝੰਡੇ ਵਾਲੇ ਜਹਾਦ ਦੇ ਆਗੂ ਸੱਯਦ ਇਨਾਇਤ ਅਤਾਉੱਲਾ ਮੁਹੰਮਦ ਤਕੀ ਖਾਨ ਆਦਿ ਭੀਰੋਵਾਲ ਪਿੰਡੋਂ ਮਾਰ ਕੇ ਖੱਜਲ ਖੁਆਰ ਹੋ ਕੇ ਮੁੜੇ ਸਨ। ਮੈਦਾਨ ਵਿੱਚ ਨਿੱਤਰ ਕੇ ਸਿੰਘਾਂ ਨਾਲ ਟਾਕਰਾ ਕਰ ਸਕਣ ਦੀ ਹਿੰਮਤ ਨਾ ਹੋਣ ਕਰਕੇ ਸ਼ਰਮਿੰਦੇ ਅਤੇ ਛਿੱਥੇ ਪਏ ਹੋਏ ਜਹਾਦੀ ਮੁਲਾਣਿਆਂ ਨੇ ਆਪਣੇ ਕੱਟੜਪੰਥੀ ਮੁਸਲਮਾਨ ਹੋਣ ਦੇ ਮਜ਼ਹਬੀ ਜਜ਼ਬਿਆਂ ਨੂੰ ਖੂਬ ਭੜਕਾ ਦਿੱਤਾ ਕਿ ਕਾਫਰਾਂ ਨੂੰ ਚੈਨ ਨਾ ਲੈਣ ਦਿਓ। ਜੋ ਢਹੇ ਚੜ੍ਹੇ ਮਾਰ ਮੁਕਾਓ, ਘਰ-ਬਾਰ ਲੁੱਟ-ਪੱਟ ਲਵੋ ਅਤੇ ਸਾੜ ਫੂਕ ਕੇ ਸਵਾਹ ਕਰ ਦਿਓ। ਮੈਦਾਨ ਵਿੱਚ ਲੜਨ ਵਾਲੇ ਕਾਬੂ ਨਹੀਂ ਆਉਂਦੇ ਤਾਂ ਸ਼ਹਿਰ ਵਾਲੇ ਸਿੱਖ ਤਾਂ ਕਿਤੇ ਨਹੀਂ ਗਏ। ਹੈ ਤਾਂ ਇਹ ਵੀ ਸਿੱਖ, ਕਾਫਰ ਹੀ ਤਾਂ ਹਨ। ਸਿੱਖਾਂ ਦੀ ਮੌਤ ਇਸਲਾਮ ਦਾ ਵਾਧਾ ਅਤੇ ਮੋਮਨਾਂ ਲਈ ਅਮਨ ਚੈਨ ਦੀ ਜ਼ਮਾਨਤ। ਤਾਰੀਖ਼-ਏ-ਮੁਹੰਮਦ ਸ਼ਾਹੀ ਦੀ ਲਿਖਤੀ ਗਵਾਹੀ ਹਾਜ਼ਰ ਹੈ ਕਿ ਬਾਦਸ਼ਾਹ ਵੱਲੋਂ ਸਿੱਖਾਂ ਦੀ ਖੁੱਲ੍ਹੀ ਕਤਲਾਮ ਦਾ ਫਰਮਾਨ ਲਾਹੌਰ ਵਿਖੇ ਵੀ ਆਣ ਪੁੱਜਾ ਸੀ। ਜਿਹੜੇ ਕੱਟੜਪੰਥੀ ਪਹਿਲਾਂ ਹੀ ਸਿੱਖਾਂ ਦੇ ਖੂਨ ਦੇ ਧਿਆਏ ਸਨ, ਇਸ ਸਰਕਾਰੀ ਸ਼ਹਿਰ ਨਾਲ ਲੋਕਾਂ ਤੇ ਜ਼ੁਲਮ ਅਤੇ ਵਧੀਕੀਆਂ ਕਰਨ ਵਿੱਚ ਪਾਗਲਾਂ ਨੂੰ ਮਾਤ ਕਰ ਗਏ। ਇਹਨਾਂ ਨੇ ਲੋਕਾਂ ਉੱਤੇ ਅੰਨ੍ਹੇਵਾਹ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਕੌਣ ਇਨਸਾਫ਼ ਕਰੇ ਅਤੇ ਕਿਸ ਤੋਂ ਸਫ਼ਾਈ ਮੰਗੇ। ਬਾਦਸ਼ਾਹੀ ਫਰਮਾਨ ਨੇ ਤਾਂ ਪਰਜਾ ਉੱਤੇ ਅਤਿਆਚਾਰਾਂ ਦੇ ਹੱਦ ਬੰਨੇ ਤੋੜ ਦਿੱਤੇ।
ਬਹੁਤ ਸਾਰੇ ਲੋਕ ਸਿੱਖ ਜਾਂ ਸਿੱਖਾਂ ਦੇ ਪੱਖੀ ਗਰਦਾਨ ਕੇ ਜਾਂ ਝੂਠ ਮੂਠੇ ਹੀ ਹਮਦਰਦ ਕਹਿ ਕੇ ਮਾਰ ਦਿੱਤੇ ਗਏ। ਬਹੁਤ ਸਾਰੇ ਹਿੰਦੂਆਂ ਨੂੰ ਸਹਿਜਧਾਰੀ ਸਿੱਖ ਕਹਿ ਕੇ ਮਾਰ ਮੁਕਾਇਆ। ਜਨੂਨੀ ਕੱਟੜਾਂ ਨੇ ਨਿਰੋਲ ਹਿੰਦੂਆਂ ਦੀ ਪੂਜਾ ਨੂੰ ਇਸਲਾਮੀ ਸ਼ਹਿਰ ਵਿੱਚ ਕੁਫਰ ਦਾ ਹੋ ਰਿਹਾ ਵਾਧਾ ਕਹਿ ਕੇ ਰੋਕਣਾ ਸ਼ੁਰੂ ਕਰ ਦਿੱਤਾ। ਇਹ ਲੋਕ ਬਹੁਤ ਹੀ ਬੇਲਗਾਮ ਅਤੇ ਬੇਰਹਿਮ ਹੋ ਗਏ। ਕਾਫੀ ਸਮੇਂ ਤੋਂ ਰਾਵੀ ਕੰਢੇ ਬਾਦਸ਼ਾਹੀ ਮਹਿਲ ਪਾਸ ਸੰਨਿਆਸੀਆਂ ਦਾ ਇੱਕ ਮੱਠ ਸੀ, ਜਿੱਥੇ ਉਹ ਤਪੱਸਿਆ ਅਤੇ ਸਮਾਧੀ ਵਿੱਚ ਮਗਨ ਰਹਿੰਦੇ ਸਨ। ਇਹਨਾਂ ਲੋਕਾਂ ਦਾ ਦੁਨਿਆਵੀ ਕਾਰ ਵਿਹਾਰ ਨਾਲ ਕੋਈ ਸਰੋਕਾਰ ਨਹੀਂ ਸੀ ਅਤੇ ਨਾ ਹੀ ਇਹ ਕਿਸੇ ਹਿੰਦੂ ਮੁਸਲਮਾਨ ਦੇ ਆਪਸੀ ਝਗੜੇ ਵਿੱਚ ਹਿੱਸਾ ਲੈਂਦੇ ਸਨ। ਇਹ ਈਸ਼ਵਰ ਭਗਤੀ ਵਿੱਚ ਮਸਤ ਰਹਿੰਦੇ ਅਤੇ ਹਰ ਕਿਸੇ ਨੂੰ ਇੱਕ ਨਜ਼ਰ ਨਾਲ ਵੇਖਦੇ ਸਨ। ਇੱਕ ਦਿਨ ਲੁੱਚੇ ਲਫੰਗੇ ਮੁਸਲਮਾਨਾਂ ਦਾ ਇੱਕ ਭੂਤਰਿਆ ਹਜੂਮ ਇਸ ਪਾਸੇ ਆ ਨਿਕਲਿਆ। ਇੱਕ ਬਿਰਧ ਅਵਧੂਤ ਜਨਾਨੀ ਈਸ਼ਵਰ ਭਗਤੀ ਵਿੱਚ ਸਮਾਧੀ ਲਾ ਕੇ ਬੈਠੀ ਸੀ। ਇੱਕ ਬੇਰਹਿਮ ਗੁੰਡੇ ਮੁਸਲਮਾਨ ਨੇ ਅੱਗੇ ਵੱਧ ਕੇ ਅਕਾਰਨ ਹੀ ਛੁਰਾ ਮਾਰ ਕੇ ਉਸ ਦਾ ਢਿੱਡ ਪਾੜ ਦਿੱਤਾ। ਉਸ ਦੀ ਖੋਪੜੀ ਵੀ ਤੋੜ ਦਿੱਤੀ। ਉਸ ਦੇ ਜ਼ਖਮ 'ਚੋਂ ਇਸ ਤਰ੍ਹਾਂ ਲਹੂ ਵਗ ਤੁਰਿਆ ਜਿਵੇਂ ਕਿਸੇ ਝਰਨੇ ਵਿੱਚੋਂ ਪਾਣੀ ਆਪ ਮੁਹਾਰਾ ਧਲ ਧਲ ਕਰਕੇ ਤੁਰਦਾ ਹੈ। 2 ਕੁ ਘੰਟੇ ਦੇ ਸਮੇਂ ਵਿੱਚ ਉਸ ਜ਼ਖਮ ਵਿੱਚੋਂ 3 ਵਾਰ ਰੌਸ਼ਨੀ ਦੀ ਕਿਰਨ ਜਿਹੀ ਨਿਕਲ ਕੇ ਹਵਾ ਵਿੱਚ ਅਲੋਪ ਹੋ ਜਾਂਦੀ। ਜਿੰਨੇ ਵੀ ਇੱਥੇ ਹਿੰਦੂ ਅਤੇ ਰੱਬ ਦੇ ਭੈ ਵਾਲੇ ਨੇਕ ਮੁਸਲਮਾਨ ਇਕੱਠੇ ਹੋ ਗਏ ਸਨ, ਉਹਨਾਂ ਨੂੰ ਇਹ ਦੁਖਦਾਈ ਘਟਨਾ ਵੇਖ ਕੇ ਬੜਾ ਅਚੰਭਾ ਅਤੇ ਅਫਸੋਸ ਹੋਇਆ। ਪਰ ਮੁਸਲਮਾਨੀ ਪੱਖਪਾਤ ਤੋਂ ਡਰਦਿਆਂ ਕਿਸੇ ਨੇ ਮੂੰਹ ਨਾ ਖੋਲ੍ਹਿਆ। ਨਾ ਉਹਨਾਂ ਬੇਕਿਰਕਾਂ ਨੂੰ ਕਿਸੇ ਮਾੜਾ ਆਖਿਆ, ਸਗੋਂ ਜਨੂੰਨ ਵੱਸ ਉਹ ਕਈ ਕਿਸਮ ਦੀ ਬਕਵਾਸ ਕਰਦੇ ਰਹੇ। ਇਸ ਤੋਂ ਬਾਅਦ ਇਸ ਤੋਂ ਵੀ ਜ਼ਿਆਦਾ ਦੁਖਦਾਈ ਘਟਨਾ ਵਾਪਰ ਗਈ। ਹਿੰਦੂ ਮੁਸਲਮਾਨ ਫਸਾਦ। ਇਹ ਘਟਨਾ ਇੰਜ ਵਾਪਰੀ ਕਿ ਇਨਾਇਤੁੱਲਾ ਖਾਨ ਸਮਾਣ ਦੇ ਹਿੰਦੂ ਮੁਤੱਸਦੀ ਸ਼ਿਵ ਸਿੰਘ ਦੇ ਇੱਕ ਰਿਸ਼ਤੇਦਾਰ ਦੇ ਪੁੱਤਰ ਨੂੰ ਮਾਤਾ ਨਿਕਲੀ ਹੋਈ ਸੀ ਅਤੇ ਇਹ ਹਿੰਦੂ ਲੋਕ ਆਪਣੀ ਧਰਮ ਰੀਤੀ ਅਨੁਸਾਰ ਸ਼ੀਤਲਾ ਮਾਤਾ ਦੀ ਪੂਜਾ ਕਰਨ ਲਈ ਗਾਉਂਦੇ ਅਤੇ ਢੋਲ ਵਜਾਉਂਦੇ ਸ਼ੀਤਲਾ ਦੇਵੀ ਮੰਦਰ ਨੂੰ ਜਾ ਰਹੇ ਸਨ। ਇਹ ਵੇਖ ਕੇ ਲਾਹੌਰ ਦੇ ਕੱਟੜ ਮੌਲਵੀ ਮੁਲਾਣਿਆਂ ਨੇ ਇਸਲਾਮ ਦੇ ਨਾਂ ਉੱਤੇ ਦੁਹਾਈ ਮਚਾ ਦਿੱਤੀ ਕਿ ਸ਼ਹਿਰ ਵਿੱਚ ਹਿੰਦੂ ਕੁਫਰ ਦਾ ਵਾਧਾ ਕਰੀ ਜਾ ਰਹੇ ਹਨ ਅਤੇ ਇਸਲਾਮ ਦੀ ਹਾਨੀ ਹੋ ਰਹੀ ਹੈ। ਇਹ ਰੌਲਾ ਸੁਣ ਕੇ ਅਤੇ ਵੇਖਾ ਵੇਖੀ ਹਮੂ ਤੁਮਹੂ ਮੁਸਲਮਾਨ ਲੱਖ ਕੁ ਦੀ ਗਿਣਤੀ ਵਿੱਚ ਇਕੱਠੇ ਹੋ ਗਏ। ਇਹਨਾਂ ਵਿੱਚ ਬਹੁਤੇ ਜੁਲਾਹੇ ਮੋਚੀ ਅਤੇ ਅਰਾਈ ਸਨ। ਇਹਨਾਂ ਫਸਾਦੀਆਂ ਦਾ ਮੋਢੀ ਸ਼ਹਿਰ ਦੇ ਲੇਖਾਕਾਰ ਦਾ ਮਿੱਤਰ ਇੱਕ ਵਰਦੀ ਬੇਗ ਨਾਮੀ ਸੀ, ਜਿਸ ਦੀ ਪਿੱਠ ਉੱਤੇ ਮੁਲਾਣਿਆਂ ਦਾ ਹੱਥ ਸੀ। ਸ਼ਾਹੀ ਫਰਮਾਨ ਭਾਵੇਂ ਨਿਰੋਲ ਸਿੱਖਾਂ ਵਿਰੁੱਧ ਸੀ, ਪਰ ਮੁਲਾਣਿਆਂ ਰੰਗ ਇਹ ਦਿੱਤਾ ਕਿ ਹਿੰਦੂ ਹੋਣ ਜਾਂ ਸਿੱਖ ਹਨ ਤਾਂ ਕਾਫਿਰ ਹੀ, ਹਿੰਦੂਆਂ ਦੀ ਵੀ ਨਾਲ ਹੀ ਬਰਬਾਦੀ ਕਰੋ। ਜਿਸ ਨੇ ਰਿਆਇਆਂ ਦੀ ਰਾਖੀ ਕਰਨੀ ਹੈ, ਉਹ ਬਾਦਸ਼ਾਹ ਤਾਂ ਸਿੱਖਾਂ ਵਿਰੁੱਧ ਕਤਲਾਮ ਦਾ ਹੁਕਮ ਜਾਰੀ ਕਰ ਰਿਹਾ ਹੈ। ਮੁਲਾਣਿਆਂ ਇਸ ਫਰਮਾਨ ਦੀ ਫਾਹੀ ਹਿੰਦੂਆਂ ਦੇ ਗਲ ਵੀ ਪਾ ਦਿੱਤੀ। ਹੁਣ ਇਹਨਾਂ ਨੂੰ ਪਾਗਲ ਅਤੇ ਕੱਟੜ ਪੰਥੀਆਂ ਤੋਂ ਕੌਣ ਬਚਾਵੇ? ਫਿਰ ਕੀ ਸੀ? ਇਹਨਾਂ ਮੱਛਰੇ ਫਸਾਦੀਆਂ ਨੇ ਸ਼ਹਿਰ ਦੇ ਨਿਹੱਥੇ ਅਤੇ ਬੇਆਸਰਾ ਹਿੰਦੂਆਂ ਨੂੰ ਲੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਹਿੰਦੂਆਂ ਦੀ ਡਰਦਿਆਂ ਦੀ ਕੀ ਤਾਕਤ ਸੀ ਜੋ ਅੱਗੋਂ ਹੱਥ ਚੁੱਕਣ? ਚੁੱਪਚਾਪ ਸਾਰੇ ਨਿਰਾਦਰ ਸਹਾਰੀ ਜਾਂਦੇ ਸਨ। ਪਲੋਂ ਪਲੀ ਇਹ ਭੜਕੀ ਹੋਈ ਅੱਗ ਵੱਧਦੀ ਜਾ ਰਹੀ ਸੀ। ਪਰ ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ। ਭਲੇ ਨੂੰ ਜੇ ਕਿਧਰੇ ਬਚਨ ਸਿੰਘ ਕਸ਼ਵਾਹਾ ਅਤੇ ਬਦਨ ਸਿੰਘ ਬੰਦੇਲਾ, ਜੋ ਬਾਦਸ਼ਾਹ ਵੱਲੋਂ ਸ਼ਹਿਰ ਦੀ ਰਾਖੀ ਲਈ ਨਿਯੁਕਤ ਸਨ, ਮੌਕਾ ਸੰਭਾਲ ਕੇ ਵੇਰੇ ਸਿਰ ਇਹਨਾਂ ਰੱਖਿਆਹੀਣਾਂ ਦੀ ਸਹਾਇਤਾ ਨਾ ਕਰਦੇ ਤਾਂ ਸ਼ਾਇਦ ਸ਼ਹਿਰ ਦੀ ਬਹੁਤ ਸਾਰੀ ਹਿੰਦੂ ਆਬਾਦੀ ਮਾਰ ਕੇ ਮੁਕਾ ਦਿੱਤੀ ਜਾਂਦੀ। ਇਸ ਗੰਭੀਰ ਸਮੇਂ ਦੋਹਾਂ ਸਰਦਾਰਾਂ ਨੇ ਸ਼ਹਿਰੋਂ ਬਾਹਰ ਇੱਕ ਚੰਗੀ ਸੁਰੱਖਿਅਤ ਥਾਂ ਮੰਨ ਲਈ। ਸ਼ਹਿਰ ਵਿੱਚ ਢੋਲ ਵਜਾ ਕੇ ਢੰਡੋਰਾ ਪਟਵਾ ਦਿੱਤਾ ਕਿ ਸ਼ਹਿਰ ਦੇ ਹਿੰਦੂ ਸਾਡੇ ਪਾਸ ਆ ਜਾਣ। ਸਭ ਹਿੰਦੂ ਨੌਕਰਾਂ ਨੇ ਲਾਹੌਰ ਦੀ ਨੌਕਰੀ ਛੱਡ ਦਿੱਤੀ ਅਤੇ ਸ਼ਹਿਰੀਆਂ ਨਾਲ ਰਲ ਕੇ ਮੁਸਲਮਾਨਾਂ ਨਾਲ ਸਿੰਜਣ ਖਾਤਰ ਲੜਾਈ ਲਈ ਤਿਆਰ ਹੋ ਗਏ। ਇੱਕ ਝੜਪ ਵਿੱਚ ਮੁਸਲਮਾਨ ਫਸਾਦੀਆਂ ਦੀ ਬੁਰੀ ਹਾਲਤ ਹੋਈ। ਜ਼ਬਰਦਸਤ ਖਾਂ ਨੇ ਤੇਜ਼ੀ ਨਾਲ ਵਿਗੜਦੇ ਜਾਂਦੇ ਹਾਲਾਤਾਂ ਦੀ ਨਾਜ਼ੁਕਤਾ ਨੂੰ ਭਾਂਪ ਲਿਆ ਅਤੇ ਸੂਬੇ ਅਸਲਮ ਬੇਗ ਨੂੰ ਸਮਝਾਇਆ ਕਿ ਰੌਲੇ ਦੀ ਅੱਗ ਨੂੰ ਠੰਡਾ ਕਰੇ, ਨਹੀਂ ਤਾਂ ਗੱਲ ਵੱਸੋਂ ਵੱਧ ਜਾਵੇਗੀ। ਹਿੰਦੂਆਂ ਦਾ ਹੱਥ ਹੁਣ ਉੱਚਾ ਸੀ। ਨਾਜ਼ਮ ਨੇ ਇਹ ਸਲਾਹ ਮੰਨ ਕੇ ਦੋਹਾਂ ਧਿਰਾਂ ਵਿੱਚ ਪੈ ਕੇ ਢੰਡੋਲਾ ਕਰਾ ਦਿੱਤਾ ਅਤੇ ਸ਼ਹਿਰ ਨੂੰ ਹੋਰ ਨੁਕਸਾਨ ਤੋਂ ਬਚਾ ਲਿਆ।
ਤਾਰੀਖ-ਏ-ਮੁਹੰਮਦ ਸ਼ਾਹੀ ਦਾ ਕਰਤਾ ਅੱਗੇ ਜ਼ਿਕਰ ਕਰਦਾ ਹੈ ਕਿ ਅਸਲੀਅਤ ਦੇ ਬਿਲਕੁਲ ਉਲਟ ਇਹਨਾਂ ਬੇਸਮਝੀ ਦੇ ਗ੍ਰਸੇ ਮੂਰਖ ਕੱਟੜਾਂ ਨੇ ਬਾਦਸ਼ਾਹ ਪਾਸ ਜਾ ਸ਼ਿਕਾਇਤ ਕੀਤੀ ਕਿ ਲਾਹੌਰ ਵਿੱਚ ਜੋ ਫਸਾਦ ਹੋਇਆ ਹੈ, ਇਸ ਵਿੱਚ ਹਿੰਦੂਆਂ ਨੇ ਮੁਸਲਮਾਨਾਂ ਦਾ ਪੁੱਜ ਕੇ ਬੜਾ ਨੁਕਸਾਨ ਕੀਤਾ ਹੈ। ਕੁਝ ਨੀਚ ਅਤੇ ਸੁਆਰਥੀ ਬੰਦਿਆਂ ਨੇ ਬਾਦਸ਼ਾਹ ਨੂੰ ਹੋਰ ਦੁਖਣਾ ਦਿੱਤੀ ਕਿ ਹਿੰਦੂਆਂ ਮੁਸਲਮਾਨਾਂ ਦਾ ਕੀ ਨੁਕਸਾਨ ਕਰ ਸਕਣਗੇ। ਹਿੰਦੂਆਂ ਦੇ ਰੂਪ ਵਿੱਚ ਇਹ ਸਾਰੀ ਸਿੱਖਾਂ ਦੀ ਹੀ ਮਿਹਰਬਾਨੀ ਹੈ। ਇਹਨਾਂ ਸ਼ਿਕਾਇਤ ਕਰਨ ਆਏ ਮੁਸਲਮਾਨਾਂ ਨੂੰ ਬਾਦਸ਼ਾਹ ਨੇ ਕੁਰਾਨ ਸ਼ਰੀਫ ਅਤੇ ਹਦੀਸ ਦੇ ਹਵਾਲਿਆਂ ਨਾਲ ਨਸੀਹਤਾਂ ਕੀਤੀਆਂ ਅਤੇ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਪਛਾਣ ਕਰਨ ਲਈ ਆਪਣਾ ਸ਼ਾਹੀ ਫਰਮਾਨ ਮੁੜ ਨਵੇਂ ਸਿਰਿਓਂ ਚਾਲੂ ਕੀਤਾ ਕਿ ਬਾਦਸ਼ਾਹੀ ਲਸ਼ਕਰ ਦੇ ਸਾਰੇ ਹਿੰਦੂ ਆਪਣੀਆਂ ਦਾੜ੍ਹੀਆਂ ਮੁੰਡਾ ਦੇਣ ਅਤੇ ਅੱਗੇ ਤੋਂ ਕੋਈ ਸਰਕਾਰੀ ਮੁਲਾਜ਼ਮ ਹਿੰਦੂ ਦਾੜ੍ਹੀ ਨਾ ਰੱਖੇ। ਸਿੱਖਾਂ ਅਤੇ ਹਿੰਦੂਆਂ ਵਿਚਕਾਰ ਕੇਸ ਅਤੇ ਦਾੜ੍ਹੀ ਹੀ ਪਛਾਣ ਦੇ ਚਿੰਨ੍ਹ ਹਨ। ਗੁਲਾਮ ਹੁਸੈਨ ਖਾਨ ਦੀ ਕਿਤਾਬ ਸੀਰੀਅਲ ਮੁਤਾਖਰੀਨ ਅਨੁਸਾਰ ਸਿੱਖ ਕਿਸੇ ਵੀ ਹਾਲਤ ਵਿੱਚ ਭਾਵੇਂ ਮੌਤ ਦਾ ਕਸ਼ਟ ਅਤੇ ਭੈ ਵੀ ਸਾਹਮਣੇ ਕਿਉਂ ਨਾ ਦਿਸਦਾ ਹੋਵੇ, ਆਪਣੇ ਕੇਸ ਅਤੇ ਦਾੜ੍ਹੀ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਦੇ ਰੋਮ ਨਹੀਂ ਕਟਵਾਉਂਦੇ ਜਾਂ ਮਨਾਉਣਗੇ। ਇਸ ਫਰਮਾਨ ਨੇ ਇਹ ਰੰਗ ਫੜਿਆ ਕਿ ਹਿੰਦੂਆਂ ਦੀ ਹੋਰ ਵੀ ਬੁਰੀ ਗਤ ਬਣੀ ਅਤੇ ਬਹੁਤ ਜਲੀਲ ਕੀਤਾ ਗਿਆ। ਹੁਕਮ ਤਾਂ ਸਿਰਫ ਕੇਸ ਦਾੜ੍ਹੀ ਮੁੰਨਣ ਦਾ ਸੀ, ਪਰ ਇਸ ਤੇ ਅਮਲ ਕਰਨ ਵਾਲਿਆਂ ਕੀ ਕੀਤਾ। ਜਰਾ ਜਹਾਨਾਬਾਦ ਦੇ ਫੌਜਦਾਰ ਯਾਰ ਮੁਹੰਮਦ ਖਾਂ ਕਲੰਦਰ ਦੇ ਦਸਤੁਰ ਇੰਸ਼ਾ ਅਤੇ ਰੁਕਾਤ ਅਮੀਨ ਦੌਲਾ ਦੇ 5ਵੇਂ ਰੁਕੇ ਵਿੱਚ ਪੂਰੀ ਤਸਵੀਰ ਦਿੱਤੀ ਹੋਈ ਹੈ, ਜੋ ਇਸ ਪ੍ਰਕਾਰ ਹੈ। ਜਿਸ ਦਿਨ ਨਾਨਕ ਪ੍ਰਸਤਾਂ ਭਾਵ ਨਾਨਕ ਨੂੰ ਪੂਜਣ ਵਾਲੇ ਸਿੱਖਾਂ ਨੂੰ ਉਹਨਾਂ ਦੇ ਕੀਤੇ ਬੁਰੇ ਕੰਮਾਂ ਮਾੜੀਆਂ ਕਰਤੂਤਾਂ ਦੀ ਸਜ਼ਾ ਮਿਲੀ, ਉਸੇ ਦਿਨ ਬਾਦਸ਼ਾਹੀ ਫਰਮਾਨ ਜਾਰੀ ਹੋਇਆ ਕਿ ਸ਼ਾਹੀ ਲਸ਼ਕਰ ਦੇ ਸਾਰੇ ਹਿੰਦੂਆਂ ਦੀਆਂ ਦਾੜ੍ਹੀਆਂ ਮੁੰਨ ਦਿੱਤੀਆਂ ਜਾਣ ਅਤੇ ਸਾਰੇ ਸੂਬਿਆਂ ਵਿੱਚ ਹੁਕਮ ਉਜਾਗਰ ਕਰ ਦਿੱਤਾ ਜਾਵੇ ਕਿ ਕੋਈ ਬੇਦੀਨ ਗੈਰ ਮੁਸਲਮਾਨ ਜੋ ਮੁਸਲਮਾਨ ਨਾ ਹੋਵੇ ਲੰਮੀ ਦਾੜ੍ਹੀ ਨਾ ਵਧਾਏ ਅਤੇ ਜੇ ਕੋਈ ਇਹ ਜਿਹੀ ਲੰਮੀ ਦਾੜ੍ਹੀ ਵਾਲਾ ਮਿਲ ਜਾਏ ਤਾਂ ਉਸਦੀ ਦਾੜ੍ਹੀ ਫੜ ਕੇ ਪੁੱਟ ਦਿੱਤੀ ਜਾਏ। ਸਾਰੇ ਬਾਦਸ਼ਾਹੀ ਸੂਬਿਆਂ ਵਿੱਚ ਇਹ ਗੱਲ ਚੰਗੂ ਫੈਲਾ ਦਿੱਤੀ ਗਈ। ਬਾਦਸ਼ਾਹੀ ਕੰਪ ਵਿੱਚ ਇਸ ਹੁਕਮ ਉੱਤੇ ਅਮਲ ਨੇ ਇਹ ਸ਼ਕਲ ਅਖਤਿਆਰ ਕਰ ਲਈ ਕਿ ਫੌਜਾਂ ਦੇ ਕਦੈੜ ਸਰਦਾਰ ਨਾਈਆਂ ਨੂੰ ਨਾਲ ਲਈ ਚੂੜਿਆਂ ਦੇ ਗੰਦਗੀ ਢੋਣ ਵਾਲੇ ਭਾਂਡਿਆਂ ਵਿੱਚ ਗੰਦਾ ਪਲੀਤ ਪਾਣੀ ਲੈ ਕੇ ਗਲੀਆਂ ਬਾਜ਼ਾਰਾਂ ਵਿੱਚ ਨਿਕਲ ਪਏ ਅਤੇ ਜਿਸ ਕਿਸੇ ਲੰਮੀ ਦਾੜ੍ਹੀ ਵਾਲੇ ਬੇਦੀਨ ਨੂੰ ਵੇਖਿਆ ਫੜ ਕੇ ਬੜੀ ਨਿਰਾਦਰੀ ਅਤੇ ਜਲੀਲ ਕਰਨ ਵਾਲੇ ਢੰਗ ਨਾਲ ਉਸਦੀ ਦਾੜ੍ਹੀ ਮੁੰਨ ਦਿੰਦੇ, ਉਸ ਦੀ ਲਿਬਾਸ ਦੀ ਪਗੜੀ ਅਤੇ ਲਿਬਾਸ ਲਾਹ ਲੈਂਦੇ। ਬਾਦਸ਼ਾਹ ਅਤੇ ਸ਼ਹਿਜ਼ਾਦਿਆਂ ਦੇ ਦਫ਼ਤਰ ਦੇ ਜਾਣਕਾਰ ਅਤੇ ਦੂਜੇ ਜਾਣੂ ਉੱਘੇ ਹਿੰਦੂ ਆਪਣੀਆਂ ਦਾੜ੍ਹੀਆਂ ਘਰੇ ਹੀ ਆਪਣੇ ਆਪ ਮੁੰਨਵਾ ਕੇ ਆਪਣੇ ਮਾਲਕਾਂ ਦੀ ਖਿਦਮਤ ਵਿੱਚ ਹਾਜ਼ਰ ਹੁੰਦੇ। ਚੁਨਾਚੀ ਇਹ ਗੱਲ ਜ਼ੋਰ ਫੜਦੀ ਗਈ ਕਿ ਦਿਨੋਂ ਦਿਨ ਉਦੋਂ ਤੱਕ ਜ਼ਿਆਦਾ ਵੱਧਦੀ ਗਈ ਜਦ ਕਿ ਬਾਦਸ਼ਾਹੀ ਡੇਰਾ ਲਾਹੌਰ ਦੇ ਲਾਗੇ ਜਾ ਪੁੱਜਾ ਅਤੇ ਬਾਦਸ਼ਾਹ ਦੇ ਤਖ਼ਤ ਉੱਤੇ ਬੈਠਣ ਦੀ ਮੁਬਾਰਕ ਰਸਮ ਦੀਆਂ ਤਿਆਰੀਆਂ ਦਾ ਹੁਕਮ ਸਾਦਰ ਹੋ ਗਿਆ। ਬਾਦਸ਼ਾਹ ਦੇ ਲਾਹੌਰ ਪੁੱਜਣ ਤੋਂ ਪਹਿਲਾਂ ਹੀ ਸੂਬੇਦਾਰ ਅਸਲਮ ਖਾਂ ਨੇ ਹਿੰਦੂ ਮੁਸਲਮਾਨਾਂ ਵਿਚਕਾਰ ਫਸਾਦਾਂ ਨੂੰ ਠੱਲ ਪਾ ਦਿੱਤੀ। ਫਿਰ ਹਿੰਦੂਆਂ ਦੀਆਂ ਦਾੜ੍ਹੀਆਂ ਮੁੰਡੇ ਜਾਣ ਤੇ ਆ ਕੇ ਗੱਲ ਰੁਕ ਗਈ। ਕੁਝ ਅਮਨ ਵਰਗੀ ਸਥਿਤੀ ਬਣ ਗਈ, ਪਰ ਸਿੱਖਾਂ ਉੱਤੇ ਮੁਸੀਬਤ ਦੀਆਂ ਕੰਧਾਂ ਉਸੇ ਤਰ੍ਹਾਂ ਢਹਿੰਦੀਆਂ ਰਹੀਆਂ। ਸ਼ਹਿਰ ਵਿੱਚ ਵਸਣ ਵਾਲੇ ਸਿੱਖਾਂ ਨੂੰ ਮਾਰ ਖਪਾਉਣ ਤੋਂ ਪਿੱਛੋਂ ਪਿੰਡਾਂ ਦੇ ਵਸਨੀਕਾਂ ਦੀ ਵਾਰੀ ਆਈ। ਹਿੰਦੂ ਰਹੁ ਰੀਤਾਂ ਨੂੰ ਮੰਨਣ ਵਾਲੇ ਪੇਂਡੂ ਜੋ ਪਹਿਲਾਂ ਹੀ ਨਗਾਈਏ ਸੁਲਤਾਨੀਏ ਬਣੇ ਹੋਏ ਸਨ ਅਤੇ ਜਾਤ ਧਰਮ ਵੱਲੋਂ ਮੁਸਲਮਾਨਾਂ ਵਿੱਚ ਮਿਲਗੋਬਾ ਜਿਹਾ ਬਣੇ ਹੋਏ ਸਨ, ਝੱਟ ਦਾੜ੍ਹੀ ਮੁੱਛ ਅਤੇ ਕੇਸ ਮੁੰਨਾ ਕੇ ਸੁਰੱਖਿਅਤ ਹੋ ਗਏ। ਪਰ ਸਿੱਖ ਤਾਂ ਇੰਜ ਕਰ ਹੀ ਨਹੀਂ ਸਕਦੇ, ਉਹਨਾਂ ਨੂੰ ਜਾਨ ਜਾਇਦਾਦ ਨਾਲੋਂ ਧਰਮ ਪਿਆਰਾ ਸੀ। ਸਭ ਪੱਗ ਬੰਨ੍ਹ ਜੰਗਲ ਬੇਲੀ ਹੋ ਬੈਠੇ। ਕੁਝ ਮਨਚਲੇ ਨਿੱਕੇ ਨਿੱਕੇ ਗਰੋਹ ਬਣਾ ਕੇ ਮਾਰਾਂ ਧਾੜਾਂ ਕਰਕੇ ਗੁਜ਼ਾਰਾ ਚਲਾਉਣ ਲੱਗੇ। ਜੋ ਜ਼ਿਆਦਾ ਜੋਸ਼ੀਲੇ ਅਤੇ ਸਿੱਢੇ ਵਾਲੇ ਸਨ, ਉਹ ਬੰਦਾ ਸਿੰਘ ਬਹਾਦਰ ਦੇ ਦਲ ਵੱਲ ਧਾਈ ਕਰ ਜਾ ਮਿਲੇ। ਜਿਸ ਸਮੇਂ ਬਾਦਸ਼ਾਹ ਲਾਹੌਰ ਵਿਖੇ ਆਣ ਟਿਕਿਆ ਸੀ, ਬੰਦਾ ਸਿੰਘ ਜੰਮੂ ਦੀਆਂ ਪਹਾੜੀਆਂ ਚੋਂ ਨਿਕਲ ਕੇ
ਦੱਖਣ ਚੜ੍ਹਦੇ ਨੂੰ ਚਾਲੇ ਪਾ ਗਿਆ। ਮੁਹੰਮਦ ਅਮੀਨ ਖਾਂ ਫੌਜ ਲੈ ਕੇ ਉਸ ਦੀ ਸੂਹਾਂ ਕੱਢ ਕੇ ਉਸ ਦੇ ਪਿੱਛੇ ਪਿੱਛੇ ਪਿਆ ਰਿਹਾ। ਬਾਦਸ਼ਾਹ ਆਪ ਤਾਂ ਬੰਦਾ ਸਿੰਘ ਦੇ ਪਿੱਛੇ ਪੈਣ ਲਈ ਲਾਹੌਰੋਂ ਬਾਹਰ ਨਾ ਨਿਕਲਿਆ। ਹਾਂ, ਜਦ ਉਸਨੂੰ ਬੰਦਾ ਸਿੰਘ ਅਤੇ ਉਸਦੇ ਸਿੰਘਾਂ ਬਾਰੇ ਕੋਈ ਖਬਰ ਮਿਲਦੀ, ਉਹਨਾਂ ਵਿਰੁੱਧ ਕੋਈ ਜ਼ਰੂਰ ਕਾਰਵਾਈ ਕਰਨ ਲਈ ਲਾਹੌਰੋਂ ਹੁਕਮ ਜਾਰੀ ਕਰ ਦਿੰਦਾ। ਬਾਦਸ਼ਾਹ ਦਾ ਬਿਮਾਰ ਪੈਣਾ, ਪਾਗਲ ਹੋਣਾ, ਫਿਰ ਮੌਤ। 30 ਦਸੰਬਰ 1711 ਨੂੰ ਬਾਦਸ਼ਾਹ ਦੇ ਰਾਜ ਦਾ 6ਵਾਂ ਸਾਲ ਸ਼ੁਰੂ ਹੋਇਆ। 1 ਜਨਵਰੀ 1712 ਨੂੰ ਉਸਦੀ ਤਬੀਅਤ ਕੁਝ ਢਿੱਲੀ ਹੋਈ ਅਤੇ ਫਿਰ ਦਿਨੋਂ ਦਿਨ ਉਸਦੀ ਹਾਲਤ ਵਿਗੜਦੀ ਗਈ। ਪਿੱਛੋਂ ਉਸਦੇ ਦਿਮਾਗ ਵਿੱਚ ਨੁਕਸ ਪੈ ਜਾਣ ਦੇ ਨਿਸ਼ਾਨ ਜ਼ਾਹਿਰ ਹੋਣ ਲੱਗੇ। ਉਸਦੇ ਪਾਸ ਰਹਿਣ ਵਾਲਿਆਂ ਨੂੰ ਇੰਜ ਲੱਗਦਾ ਸੀ ਕਿ ਉਸਨੂੰ ਵਹਿਮ ਦੀ ਬਿਮਾਰੀ ਹੋ ਗਈ ਹੈ। ਫਰਵਰੀ ਦਾ ਦੂਜਾ ਹਫ਼ਤਾ ਸੀ। ਇੱਕ ਦਿਨ ਉਸਦੇ ਦਿਮਾਗ ਵਿੱਚ ਐਸੀ ਗੱਲ ਸਮਾਈ ਕਿ ਹੁਕਮ ਦੇ ਦਿੱਤਾ ਕਿ ਬਾਦਸ਼ਾਹੀ ਡੇਰੇ ਦੇ ਸਾਰੇ ਕੁੱਤੇ ਅਤੇ ਖੋਤੇ ਮਾਰ ਦਿੱਤੇ ਜਾਣ। ਹਿੰਦੂ ਜੋਗੀਆਂ, ਸਾਧੂ ਸੰਨਿਆਸੀਆਂ ਨੂੰ ਲਸ਼ਕਰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਪੰਜਾਬ ਵਿੱਚ ਇਹ ਪੁਰਾਣਾ ਵਹਿਮ ਹੈ ਕਿ ਕੁੱਤੇ ਉਦੋਂ ਰੋਂਦੇ ਹਨ ਜਦ ਉਹਨਾਂ ਨੂੰ ਜਮਦੂਤ ਨਜ਼ਰ ਆਉਣ। ਬਾਦਸ਼ਾਹ ਬਿਮਾਰ ਸੀ ਅਤੇ ਉਸਦਾ ਵਹਿਮ ਵੀ ਬਹੁਤ ਵੱਧ ਗਿਆ ਸੀ। ਇਸ ਹਾਲਤ ਵਿੱਚ ਕੁੱਤਿਆਂ ਦਾ ਰੋਣਾ ਸੁਣ ਕੇ ਉਸਨੂੰ ਮੌਤ ਦਾ ਭੈ ਆਉਣ ਲੱਗ ਪਿਆ ਹੋਵੇ। ਬਾਦਸ਼ਾਹ ਦਾ ਹੁਕਮ ਹੋਣ ਕਰਕੇ ਹਰ ਰੋਜ਼ ਸੈਂਕੜੇ ਕੁੱਤੇ ਮਾਰ ਦਿੱਤੇ ਜਾਣ ਲੱਗ ਪਏ। ਇੱਕ ਅਧਿਕਾਰੀ ਅਮੀਨ ਦੀਨ, ਜਿਸ ਦਾ ਤੰਬੂ ਰਾਵੀ ਦੇ ਕੰਢੇ ਸੀ, ਉਸਨੇ ਆਪ ਵੇਖਿਆ ਕਿ ਪਾਉ ਫਟਾਲਾ ਹੁੰਦਿਆਂ ਸ਼ਹਿਰ ਦੇ ਕੁੱਤੇ ਇਸੇ ਪਾਸੇ ਆ ਕੇ ਦਰਿਆ ਵਿੱਚ ਛਾਲਾਂ ਮਾਰਦੇ ਤਰ ਕੇ ਪਰਲੇ ਪਾਸ ਜੰਗਲ ਬੇਲੇ ਵਿੱਚ ਚਲੇ ਜਾਂਦੇ। ਸਾਰਾ ਦਿਨ ਉੱਧਰ ਹੀ ਰਹਿੰਦੇ। ਸਾਂਝ ਨੂੰ ਹਨੇਰਾ ਪਏ ਤੋਂ ਫਿਰ ਤਰ ਕੇ ਵਾਪਸ ਆ ਉਹਨਾਂ ਘਰਾਂ ਨੂੰ ਮੁੜ ਚਲੇ ਜਾਂਦੇ ਜਿੱਥੇ ਉਹਨਾਂ ਨੂੰ ਖਾਣ ਨੂੰ ਕੁਝ ਮਿਲ ਜਾਂਦਾ ਸੀ। ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਸੀ। ਜਦ ਤੱਕ ਕੁੱਤੇ ਮਾਰਨ ਦਾ ਹੁਕਮ ਲਾਗੂ ਰਿਹਾ, ਕੁੱਤੇ ਇੰਜ ਹੀ ਕਰਦੇ ਵੇਖੇ ਗਏ। ਬਾਦਸ਼ਾਹ ਦੇ ਮਰੇ ਤੋਂ ਮਗਰੋਂ ਇਹ ਸਿਲਸਿਲਾ ਬੰਦ ਹੋ ਗਿਆ। ਜੋਗੀਆਂ ਸੰਨਿਆਸੀਆਂ ਉੱਤੇ ਹੋਰ ਵੀ ਆਫ਼ਤ ਆਈ। 28 ਅਕਤੂਬਰ 1711 ਨੂੰ ਬਾਦਸ਼ਾਹ ਪਾਸ ਇਹਨਾਂ ਵਿਰੁੱਧ ਸ਼ਿਕਾਇਤ ਹੋਈ ਕਿ ਇਹ ਦਿਲੋਂ ਬੰਦਾ ਸਿੰਘ ਨਾਲ ਹਮਦਰਦੀ ਰੱਖਦੇ ਹਨ ਅਤੇ ਬਾਦਸ਼ਾਹੀ ਲਸ਼ਕਰ ਦੀ ਹੋਈ ਬਹੋਈ ਦੀਆਂ ਖਬਰਾਂ ਖੁਫੀਆ ਤੌਰ ਤੇ ਬੰਦਾ ਸਿੰਘ ਤੱਕ ਪਹੁੰਚਾਉਂਦੇ ਹਨ। ਇਸ ਸ਼ਿਕਾਇਤ ਨੂੰ ਸੁਣ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜੇ ਇਹ ਇਲਜ਼ਾਮ ਕਿਸੇ ਵਿਰੁੱਧ ਸਾਬਿਤ ਹੋ ਜਾਏ ਤਾਂ ਉਸਨੂੰ ਮਾਰ ਦਿੱਤਾ ਜਾਏ। ਨਾਲ ਹੀ ਇਹ ਵੀ ਹੁਕਮ ਹੋਇਆ ਕਿ ਸ਼ਾਹੀ ਲਸ਼ਕਰ ਵਿੱਚੋਂ ਸਭ ਹਿੰਦੂ ਸਾਧੂਆਂ ਨੂੰ ਕੱਢ ਦਿੱਤਾ ਜਾਏ। ਸੋ ਸਾਰੇ ਹਿੰਦੂ ਲਸ਼ਕਰੋਂ ਕੱਢ ਦਿੱਤੇ ਗਏ। 14 ਫਰਵਰੀ 1712 ਈਸਵੀ ਨੂੰ ਬਾਦਸ਼ਾਹ ਦਾ ਆਖਰੀ ਦਰਬਾਰ ਹੋਇਆ ਅਤੇ ਫਿਰ ਖਬਰ ਮਿਲੀ ਕਿ ਬਾਦਸ਼ਾਹ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ। 3 ਦਿਨ ਵੱਡੇ ਵੱਡੇ ਹਕੀਮਾਂ ਅਤੇ ਵੈਦਾਂ ਆਪਣਾ ਸਾਰਾ ਜ਼ੋਰ ਲਾਇਆ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਆਖਰ 21 ਮੁਹੱਰਮ ਸੰਨ 1124 ਹਿਜਰੀ 17-18 ਫਰਵਰੀ 1712 ਈਸਵੀ ਦੀ ਵਿਚਲੀ ਰਾਤ ਨੂੰ ਬਾਦਸ਼ਾਹ ਇਸ ਜਹਾਂ ਤੋਂ ਕੂਚ ਕਰ ਗਿਆ। ਲਾਸ਼ ਦਫ਼ਨਾਉਣ ਲਈ ਤਿਆਰ ਕਰਕੇ ਤਬੂਤ ਵਿੱਚ ਪਾ ਕੇ ਰੱਖ ਦਿੱਤੀ ਅਤੇ ਇਹ ਤਬੂਤ ਬਿਨਾਂ ਦਫ਼ਨਾਏ ਹੀ ਪਿਆ ਰਿਹਾ। ਆਖਰ 1 ਅਪ੍ਰੈਲ ਨੂੰ ਬਾਦਸ਼ਾਹ ਦੀ ਵਿਧਵਾ ਮਲਿਕਾ, ਬੀਬੀ ਮਹਿਰ ਪਰਵਰ ਅਤੇ ਚੀਨ ਕਲੀਚ ਮੁਹੰਮਦ ਖਾਂ ਦੀ ਸੌਂਪਣਾ ਵਿੱਚ ਬਾਦਸ਼ਾਹ ਦੀ ਲੌਥ ਦਿੱਲੀ ਨੂੰ ਤੋਰੀ ਗਈ, ਜਿੱਥੇ 5 ਮਈ ਨੂੰ ਆਪਣੀ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਲਾਗੇ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਵੱਲੋਂ ਬਣਵਾਈ ਹੋਈ ਸੰਗਮਰਮਰ ਦੀ ਮਸੀਤ ਦੇ ਵਿਹੜੇ ਵਿੱਚ ਉਸਨੂੰ ਦੱਬਿਆ ਗਿਆ। ਤਖ਼ਤ ਲਈ ਸ਼ਹਿਜ਼ਾਦਿਆਂ ਵਿਚਕਾਰ ਲੜਾਈ। ਮੁਗਲ ਬਾਦਸ਼ਾਹਾਂ ਵਿੱਚ ਜੋ ਪਿਓ ਦਾਦਿਆਂ ਵੱਲੋਂ ਰਹੁ ਰੀਤ ਤੁਰੀ ਆਉਂਦੀ ਸੀ, ਉਸ ਅਨੁਸਾਰ ਤਖ਼ਤ ਮੰਨਣ ਲਈ ਭਾਈਆਂ ਵਿੱਚ ਤਲਵਾਰ ਚੱਲੀ। 4 ਤੋਂ 7 ਮਾਰਚ ਤੱਕ ਸ਼ਹਿਰ ਦੀ ਫਸੀਲੋਂ ਬਾਹਰ ਲੜਾਈ ਹੁੰਦੀ ਰਹੀ। ਸ਼ਹਿਜ਼ਾਦਾ ਅਜ਼ੀਮੋ ਸ਼ਾਨ, ਜਿਸ ਹਾਥੀ ਤੇ ਸਵਾਰ ਸੀ, ਉਸਨੂੰ ਤੋਪ ਦਾ ਗੋਲਾ ਆਣ ਵੱਜਾ। ਇਹ ਫੱਟੜ ਹੋਇਆ ਹਾਥੀ ਇੰਨਾ ਬੇਕਾਬੂ ਹੋ ਗਿਆ ਕਿ ਫੌਜ ਨੂੰ ਰੌਂਦਦਾ ਹੋਇਆ ਨਿਕਲ ਗਿਆ ਅਤੇ ਰਾਵੀ ਦਰਿਆ ਵਿੱਚ ਜਾ ਛਾਲ ਮਾਰੀ। ਸ਼ਹਿਜ਼ਾਦਾ ਅਤੇ ਹਾਥੀ ਦੋਵੇਂ ਹੀ ਡੁੱਬ ਕੇ ਮਰ ਗਏ। 17-18 ਮਾਰਚ ਦੀ ਲੜਾਈ ਵਿੱਚ ਜਹਾਂਦਾਰ ਸ਼ਾਹ ਨੇ ਆਪਣੇ ਬਾਕੀ ਭਰਾਵਾਂ ਜਹਾਨ ਸ਼ਾਹ ਅਤੇ
ਰਫੀਊ ਸ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 19 ਮਾਰਚ ਨੂੰ ਮੁਗਲਿਆ ਤਖ਼ਤ ਉੱਤੇ ਬਾਦਸ਼ਾਹ ਬਣ ਕੇ ਬੈਠਾ। ਆਪਣੇ ਤਿੰਨਾਂ ਭਾਈਆਂ ਨਾਲ ਜੋ ਅਮੀਰ ਅਤੇ ਸਰਦਾਰ ਸਹਿਮਤ ਸਨ, ਬਹੁਤ ਸਾਰੇ ਕਤਲ ਕਰਵਾ ਦਿੱਤੇ ਅਤੇ ਬਾਕੀ ਕੈਦ ਕਰ ਲਏ। ਪਰ ਜਹਾਂਦਾਰ ਸ਼ਾਹ ਦਾ ਰਾਜ ਬਹੁਤੀ ਦੇਰ ਨਾ ਚੱਲ ਸਕਿਆ। 10 ਮਹੀਨਿਆਂ ਪਿੱਛੋਂ ਇਸਦੇ ਭਤੀਜੇ ਫਰਖਸ਼ੀਅਰ, ਜੋ ਸ਼ਹਿਜ਼ਾਦਾ ਅਜੀਮੁਲ ਸ਼ਾਨ ਦਾ ਪੁੱਤਰ ਸੀ, ਨੇ ਇਸ ਨੂੰ ਹਾਰ ਦਿੱਤੀ ਅਤੇ ਸਈਦ ਭਰਾਵਾਂ ਹੁਸੈਨ ਅਲੀ ਅਤੇ ਅਬਦੁੱਲਾ ਦੀ ਮਦਦ ਨਾਲ 2 ਫਰਵਰੀ 1713 ਈਸਵੀ ਨੂੰ ਆਪਣੇ ਚਾਚੇ ਨੂੰ ਕਤਲ ਕਰਵਾ ਕੇ ਤਖ਼ਤ ਉੱਤੇ ਬੈਠਾ। ਬੰਦਾ ਸਿੰਘ ਦਾ ਜੰਮੂ ਦੇ ਪਹਾੜਾਂ 'ਚੋਂ ਨਿਕਲਣਾ ਅਤੇ ਸਢੌਰਾ ਮਾਰ ਕੇ ਫਿਰ ਸਿੱਖ ਰਾਜ ਸਥਾਪਿਤ ਕਰਨਾ। ਮੁਹੰਮਦ ਅਮੀਨ ਖਾਂ ਭਾਵੇਂ ਬੰਦਾ ਸਿੰਘ ਨੂੰ ਭਾਲ ਤਾਂ ਨਾ ਸਕਿਆ, ਪਰ ਅਜੇ ਵੀ ਉਸਦੇ ਮਗਰ ਪਿਆ ਹੋਇਆ ਜੰਮੂ ਦੀਆਂ ਪਹਾੜੀਆਂ ਵਿੱਚ ਹੀ ਸੀ। ਇੱਥੇ ਹੀ ਉਸਨੂੰ ਬਾਦਸ਼ਾਹ ਦੀ ਮੌਤ ਦੀ ਖਬਰ ਮਿਲੀ। ਇਹ ਆਦਮੀ ਜਹਾਂਦਾਰ ਸ਼ਾਹ ਦਾ ਸੀ। ਇਸਨੂੰ ਪਤਾ ਸੀ ਕਿ ਤਖ਼ਤ ਨਸ਼ੀਨੀ ਲਈ ਸ਼ਹਿਜ਼ਾਦਿਆਂ ਵਿੱਚ ਆਪਸੀ ਭਰਾ ਮਾਰੂ ਲੜਾਈ ਅਵੱਸ਼ ਹੋਣੀ ਹੈ। ਆਪਣੀ ਪਦਵੀ ਕਾਇਮ ਰੱਖਣ ਲਈ ਇਸ ਲੜਾਈ ਵਿੱਚ ਹਿੱਸਾ ਲੈਣ ਵਾਸਤੇ ਬੰਦਾ ਸਿੰਘ ਵਿਰੁੱਧ ਮੁਹਿੰਮ ਵਿੱਚ ਛੱਡ ਕੇ ਲਾਹੌਰ ਆ ਗਿਆ। ਇਸ ਵੇਲੇ ਸਿੰਘਾਂ ਨੂੰ ਮੁੜ ਹੱਥ ਪੈਰ ਪਸਾਰਨ ਅਤੇ ਖੁੱਸੀ ਹੋਈ ਤਾਕਤ ਨੂੰ ਮੁੜ ਵਾਪਸ ਲੈਣ ਦਾ ਸੋਹਣਾ ਮੌਕਾ ਮਿਲ ਗਿਆ। ਮੁਗਲਾਂ ਦੇ ਰਾਜ ਵਿੱਚ ਅਫਰਾ ਤਫਰੀ ਜ਼ੋਰਾਂ 'ਤੇ ਮੱਚੀ ਹੋਈ ਸੀ। ਕੋਈ ਕਿਸੇ ਦਾ ਵਫਾਦਾਰ ਨਜ਼ਰ ਨਹੀਂ ਸੀ ਆਉਂਦਾ। ਹਰ ਛੋਟਾ ਵੱਡਾ ਅਫਸਰ ਅਤੇ ਆਮਲ ਰਾਜ ਵਿੱਚ ਅਨੁਸ਼ਾਸਨ ਅਤੇ ਅਮਨ ਅਮਾਨ ਬਣਾਈ ਰੱਖਣ ਦੀ ਥਾਂ ਆਪਣਾ ਉੱਲੂ ਸਿੱਧਾ ਕਰਨ ਦੀ ਫਿਕਰ ਵਿੱਚ ਸੀ। ਮੁਲਕ ਜਾਏ ਭਾੜ ਵਿੱਚ ਉਹਨਾਂ ਦੇ ਨਿੱਜੀ ਲਾਭ ਸੁਰੱਖਿਅਤ ਹੋਣੇ ਚਾਹੀਦੇ ਹਨ। ਮੁਲਕ ਦੀ ਦੇਖ ਰੇਖ ਕਰਨ ਵਾਲੇ ਤਾਂ ਆਪਣੇ ਸਥਾਨ ਛੱਡ ਕੇ ਲਾਹੌਰ ਅੱਪੜੇ ਹੋਏ ਸਨ ਅਤੇ ਵੇਖ ਰਹੇ ਸਨ ਕਿ ਕਿਸ ਦੀ ਤਖ਼ਤ 'ਤੇ ਬੈਠਣ ਦੀ ਵਾਰੀ ਆਉਂਦੀ ਹੈ। ਬੰਦਾ ਸਿੰਘ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਝੱਟ-ਪੱਟ ਸਢੌਰੇ ਉੱਤੇ ਕਬਜ਼ਾ ਕਰ ਲਿਆ। ਉਸਦੀ ਫੁਰਤੀ ਅਤੇ ਕੜਕ ਅਸਮਾਨੀ ਬਿਜਲੀ ਵਾਲੀ ਸੀ। ਜਿਸ ਤੇਜ਼ੀ ਨਾਲ ਉਹ ਉੱਬੜ-ਖੁੱਬੜ ਪਹਾੜਾਂ ਅਤੇ ਮੁਸ਼ਕਿਲ ਖੱਡਾਂ ਘਾਟੀਆਂ ਨੂੰ ਗਾਈ ਫਿਰਦਾ ਸੀ, ਵਿੱਚੋਂ ਹਵਾ ਦੇ ਬੁੱਲਿਆਂ ਵਾਂਗ ਨਿਕਲ ਜਾਂਦਾ ਸੀ, ਉਹ ਹੈਰਾਨ ਕਰ ਦੇਣ ਵਾਲੀ ਗੱਲ ਸੀ। ਬੰਦਾ ਸਿੰਘ ਨੇ ਸਢੌਰੇ 'ਤੇ ਆਪਣਾ ਪੰਜਾ ਕੱਸ ਲੈਣ ਤੋਂ ਬਾਅਦ ਲੋਹਗੜ੍ਹ ਕਿਲ੍ਹੇ ਦੀ, ਜੋ ਪਿਛਲੀ ਲੜਾਈ ਵਿੱਚ ਕਾਫੀ ਨੁਕਸਾਨ ਦੀ ਮਾਰ ਵਿੱਚ ਆ ਗਿਆ ਸੀ, ਚੰਗੀ ਤਰ੍ਹਾਂ ਮੁਰੰਮਤ ਕਰਵਾ ਲਈ। ਇਹ ਜਗ੍ਹਾ ਫਿਰ ਅਗਲੇ 2 ਸਾਲ ਲਈ ਸਿੱਖਾਂ ਦੇ ਰਾਜ ਦੀ ਰਾਜਧਾਨੀ ਬਣ ਗਈ ਅਤੇ ਕੇਸਰੀ ਨਿਸ਼ਾਨ ਉਸ ਉੱਤੇ ਲਹਿਰਾਉਣ ਲੱਗ ਪਿਆ। ਸਢੌਰੇ ਦਾ ਬੜਾ ਵੱਡਾ ਘੇਰਾ, ਸਿੰਘ ਸਾਫ਼ ਨਿਕਲ ਗਏ। ਬੰਦਾ ਸਿੰਘ ਲੋਹਗੜ੍ਹੋਂ ਵੀ ਨਾ ਮਿਲਿਆ। ਅਬਦੁਸ ਸਮਦ ਖਾਂ ਮਾਯੂਸ। ਬੰਦਾ ਸਿੰਘ ਦਾ ਫੁਰਨਾ ਸੀ ਕਿ ਲੋਹਗੜ੍ਹ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਸਢੌਰੇ ਲਾਗੇ ਇੱਕ ਮਜ਼ਬੂਤ ਕਿਲ੍ਹਾ ਉਸਾਰਿਆ ਜਾਵੇ, ਜੋ ਸ਼ਾਹੀ ਫੌਜਾਂ ਨੂੰ ਇੱਥੇ ਹੀ ਰੋਕੇ ਅਤੇ ਲੋਹਗੜ੍ਹ ਲੜਾਈ ਦੀ ਮਾਰ ਤੋਂ ਬਚਿਆ ਰਹੇ। ਲੋਹਗੜ੍ਹ ਦੀ ਮੁਰੰਮਤ ਹੋ ਕੇ ਯਥਾਯੋਗ ਪਕਿਆਈ ਹੋ ਚੁੱਕੀ ਸੀ। ਸਮਾਂ ਵੀ ਬੰਦਾ ਸਿੰਘ ਨੂੰ ਮਿਲ ਚੁੱਕਾ ਸੀ, ਕਿਉਂਕਿ ਜਹਾਂਦਾਰ ਸ਼ਾਹ ਵੱਧਦੇ ਆਉਂਦੇ ਫਰਖਸ਼ੀਅਰ ਨੂੰ ਰੋਕਣ ਲਈ ਆਗਰੇ ਵੱਲ ਗਿਆ ਹੋਇਆ ਸੀ। ਦਿੱਲੀ ਦਰਬਾਰ ਦੀ ਔਂਕੜ ਸਿੰਘਾਂ ਲਈ ਸੁੱਖ ਦਾ ਸਾਹ ਹੋਇਆ ਕਰਦੀ ਸੀ। ਜਿੰਨਾ ਸਮਾਂ ਜਹਾਂਦਾਰ ਸ਼ਾਹ ਅਤੇ ਫਰਖਸ਼ੀਅਰ ਦੋਵੇਂ ਚਾਚਾ ਭਤੀਜਾ ਆਪਸ ਵਿੱਚ ਉਲਝ ਰਹੇ, ਸਿੰਘਾਂ ਨੂੰ ਸੋਹਣਾ ਸਮਾਂ ਮਿਲ ਗਿਆ। ਬੰਦਾ ਸਿੰਘ ਨੇ ਸਢੌਰੇ ਦੇ ਲਾਗੇ ਇੱਕ ਚੋਖਾ ਮਜ਼ਬੂਤ ਗੜ੍ਹ ਉਸਾਰ ਲਿਆ। ਲੜਾਈ ਵਿੱਚ ਜਹਾਂਦਾਰ ਸ਼ਾਹ ਨੂੰ ਹਾਰ ਹੋਈ ਅਤੇ ਫੜਿਆ ਗਿਆ, ਜਿਸ ਨੂੰ ਫਰਖਸ਼ੀਅਰ ਨੇ ਪਿੱਛੋਂ ਕਤਲ ਕਰਵਾ ਦਿੱਤਾ ਅਤੇ ਆਪ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਫਰਖਸ਼ੀਅਰ ਦਾ ਰਾਜ ਬੇਸ਼ੁਮਾਰ ਕਤਲਾਂ ਅਤੇ ਅਤੀ ਭਿਆਨਕ ਕਾਲ ਨਾਲ ਆਰੰਭ ਹੋਇਆ। ਲੋਕ ਅੰਨ ਦਾਣੇ ਖੁਣੋਂ ਮੱਖੀਆਂ ਵਾਂਗ ਮਰਨ ਲੱਗੇ। ਭੁੱਖ ਅਤੇ ਬਿਮਾਰੀ ਨਾਲ ਬਹੁਤ ਸਾਰੇ ਲੋਕ ਦਮ ਤੋੜ ਗਏ। ਮੁੱਕਦੀ ਗੱਲ, ਫਰਖਸ਼ੀਅਰ ਦੇ ਤਖ਼ਤ 'ਤੇ ਬੈਠਦਿਆਂ ਹੀ ਮੁਲਕ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ। ਹਕੂਮਤ ਦੇ ਕਾਰ ਵਿਹਾਰ ਵਿੱਚ ਅਫਰਾ ਤਫਰੀ ਮੱਚੀ ਹੋਈ ਸੀ। ਇਹ ਅਫਰਾ ਤਫਰੀ ਦਾ ਸਮਾਂ ਸਿੰਘਾਂ ਲਈ ਗਨੀਮਤ ਸੀ। ਸੋ ਸਢੌਰੇ ਵਿੱਚ ਕਿਲ੍ਹਾ ਬਣਾ ਕੇ ਬੰਦਾ ਸਿੰਘ ਨੇ ਦਾਰੂ ਸੀਕੇ ਅਤੇ ਰਸਦ ਪੱਠੇ ਨਾਲ ਉਸ ਨੂੰ ਖੂਬ ਭਰ ਲਿਆ। ਸ਼ਾਹੀ ਫੌਜ ਲਈ ਭਾਵੇਂ ਕਿੰਨੀ ਵੀ ਗਿਣਤੀ ਅਤੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਬੰਦਾ ਸਿੰਘ ਦੇ ਵਿਰੁੱਧ ਚੜ੍ਹ ਕੇ ਆਵੇ, ਉਸ ਲਈ ਪੋਲੇ ਪੈਰੀਂ ਮੁਖਲਿਸਗੜ੍ਹ ਤੱਕ ਅੱਪੜ ਜਾਣਾ ਬਹੁਤ ਕਠਿਨ ਹੋ ਗਿਆ ਸੀ। ਜਹਾਂਦਾਰ ਸ਼ਾਹ ਦੇ ਤਖ਼ਤ 'ਤੇ ਬੈਠਣ ਤੋਂ ਫੌਰਨ ਬਾਅਦ ਮੁਹੰਮਦ ਅਮੀਨ ਖਾਂ ਨੂੰ ਹੁਕਮ ਦੇ ਕੇ ਤੋਰਿਆ ਗਿਆ ਸੀ
ਕਿ ਉਹ ਬੰਦਾ ਸਿੰਘ ਦੇ ਵਿਰੁੱਧ ਮੁਹਿੰਮ ਚਾਲੂ ਰੱਖੇ ਅਤੇ ਜਿਵੇਂ ਵੀ ਹੋ ਸਕਦਾ ਇਸ ਬਾਗੀ ਨੂੰ ਮਾਰ ਮੁਕਾਏ ਜਾਂ ਜਿਉਂਦਾ ਫੜ ਕੇ ਬਾਦਸ਼ਾਹ ਦੇ ਪੇਸ਼ ਕਰੇ। ਜੈਨੂਦੀਨ ਅਹਿਮਦ ਖਾਂ ਜੋ ਸਰਹੰਦ ਦੇ ਚਕਲੇ ਦਾ ਫੌਜਦਾਰ ਸੀ, ਉਸਨੂੰ ਵੀ ਮੁਹੰਮਦ ਅਮੀਨ ਖਾਂ ਦੀ ਕਮਾਨ ਥੱਲੇ ਉਸਦੇ ਨਾਲ ਜਾ ਮਿਲਣ ਦਾ ਹੁਕਮ ਮਿਲਿਆ। ਦਿੱਲੀ ਤੋਂ ਜਿੰਨੀ ਵੀ ਨਫਰੀ ਮਿਲ ਸਕੀ ਸਭ ਇਸ ਪਾਸੇ ਝੋਕ ਦਿੱਤੀ। ਲਾਹੌਰ ਦੀ ਫੌਜ ਵੀ ਹੁਕਮ ਮਿਲਦਿਆਂ ਸਾਰ ਮਾਰੋ ਮਾਰ ਕਰਦੀ ਮੁਹੰਮਦ ਅਮੀਨ ਖਾਂ ਪਾਸ ਸਡੋਰੇ ਪੁੱਜ ਗਈ। ਇਸ ਮਿਲਵੀ ਫੌਜ ਨੇ ਸਿੱਖਾਂ ਨੂੰ ਸਡੋਰੇ ਘੇਰ ਲਿਆ। ਸਿੱਖ ਵੀ ਅੱਗੋਂ ਜੀ ਤੋੜ ਕੇ ਲੜੇ ਅਤੇ ਮੁਹੰਮਦ ਅਮੀਨ ਖਾਂ ਦੇ ਸਾਰੇ ਹੱਲੇ ਅਸਫਲ ਬਣਾ ਦਿੱਤੇ। ਆਖਰ ਦਸੰਬਰ 1712 ਈਸਵੀ ਨੂੰ ਮੁਹੰਮਦ ਅਮੀਨ ਖਾਂ ਸ਼ਾਹੀ ਹੁਕਮ ਪਾ ਕੇ ਫ਼ਰੰਗੀਆਂ ਦੇ ਵਿਰੁੱਧ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਆਗਰੇ ਵੱਲ ਚਲਿਆ ਗਿਆ। ਜੈਨੂਦੀਨ ਅਹਿਮਦ ਖਾਂ ਨੂੰ ਸਿੱਖਾਂ ਵਿਰੁੱਧ ਲੜਾਈ ਜਾਰੀ ਰੱਖਣ ਲਈ ਸਡੋਰੇ ਹੀ ਰਹਿਣ ਦਿੱਤਾ ਗਿਆ। ਇਸ ਫੌਜਦਾਰ ਨੇ ਆਪਣੀ ਯੋਗਤਾ ਅਨੁਸਾਰ ਸਿੱਖਾਂ ਵਿਰੁੱਧ ਆਪਣੀ ਕੋਸ਼ਿਸ਼ ਖੂਬ ਤੇਜ਼ ਕੀਤੀ। ਅੱਗੋਂ ਸਿੱਖ ਵੀ ਬੜੀ ਤੁੰਦੀ ਨਾਲ ਲੜੇ ਅਤੇ ਜੈਨੂਦੀਨ ਅਹਿਮਦ ਖਾਂ ਦੇ ਹੱਲਿਆਂ ਨੂੰ ਹਰ ਵਾਰ ਪਿੱਛੇ ਮੋੜਦੇ ਰਹੇ। ਉਸ ਦੇ ਸਾਰੇ ਯਤਨਾਂ ਨੂੰ ਨਿਸਫਲ ਕਰਕੇ ਰੱਖ ਦਿੱਤਾ। ਸਡੋਰੇ ਦੀ ਗੜ੍ਹੀ ਅੰਦਰ ਬੈਠੇ ਸਿੰਘਾਂ ਦਾ ਜੰਗ ਲਈ ਜੋਸ਼ ਅਤੇ ਆਪਣੇ ਆਪ ਨਾਲੋਂ ਗਿਣਤੀ ਵਿੱਚ ਕਈ ਗੁਣਾ ਵੱਧ ਅਤੇ ਵਧੀਆ ਹਥਿਆਰਾਂ ਨਾਲ ਲੈਸ ਦੁਸ਼ਮਣ ਨਾਲ ਟਾਕਰੇ ਲਈ ਦਲੇਰੀ, ਜੁਰਅਤ ਅਤੇ ਹਿੰਮਤ ਬੜੀ ਪ੍ਰਸ਼ੰਸਾਯੋਗ ਸੀ। ਲਾਹੌਰੋਂ ਹੋਰ ਸੱਜਰ ਸ਼ਾਹ ਫੌਜਾਂ ਪਹੁੰਚ ਰਹੀਆਂ ਸਨ। ਆਗਰੇ ਵੱਲ ਜਾਣ ਤੋਂ ਪਹਿਲਾਂ ਸਡੋਰੇ ਨੂੰ ਘੇਰ ਘੱਤਣ ਵਾਲੇ ਕਮਾਂਡਰ ਮੁਹੰਮਦ ਅਮੀਨ ਖਾਂ ਨੇ ਬਾਦਸ਼ਾਹ ਪਾਸੋਂ ਜੋ ਤੋਪਾਂ ਮੰਗੀਆਂ ਸਨ ਉਹ ਵੀ ਪਹੁੰਚ ਗਈਆਂ ਸਨ। ਜੈਨੂਦੀਨ ਦੇ ਲਸ਼ਕਰ ਵਿੱਚ ਭਾਰੀ ਅਤੇ ਉੱਚੀ ਆਵਾਜ਼ ਵਾਲੇ ਬੰਦੇ ਜਦ ਕਿਲ੍ਹੇ ਦੇ ਨਜ਼ਦੀਕ ਹੋ ਕੇ ਆਪਣੇ ਕਮਾਂਡਰ ਦਾ ਕੋਲ ਪੁਕਾਰ ਕੇ ਸੁਣਦੇ ਕਿ ਸਿੰਘ ਲੜਨ ਦੀ ਬਜਾਏ ਹਥਿਆਰ ਰੱਖ ਕੇ ਬਾਹਰ ਆ ਜਾਣ ਅਤੇ ਸੁਲ੍ਹਾ ਕਰ ਲੈਣ, ਉਹਨਾਂ ਨੂੰ ਮੂੰਹ ਮੰਗੀਆਂ ਜਗੀਰਾਂ ਦਿੱਤੀਆਂ ਜਾਣਗੀਆਂ, ਤਾਂ ਸਿੰਘ ਇਹਨਾਂ ਫਰੇਬ ਭਰੀਆਂ ਲਿਲਕਣੀਆਂ ਦਾ ਗੋਲੀਆਂ ਨਾਲ ਜਵਾਬ ਦਿੰਦੇ। ਉਹ ਇੰਨੇ ਰੋਹ ਵਿੱਚ ਸਨ ਕਿ ਮੌਸਮ ਦੀ ਵੀ ਪਰਵਾਹ ਨਾ ਕਰਦੇ ਹੋਏ ਲੰਗਰ ਤਿਆਰ ਕਰਨ ਅਤੇ ਛਕਣ ਵੇਲੇ ਵੀ ਬਾਹਰ ਘੇਰਾ ਪਾਈ ਦੁਸ਼ਮਣ ਤੇ ਗੋਲੀਆਂ ਦੀ ਬਸ਼ਾਰ ਕਰਦੇ ਰਹਿੰਦੇ। ਜੈਨੂਦੀਨ ਅਹਿਮਦ ਖਾਂ ਨੇ ਜਦ ਵੇਖਿਆ ਕਿ ਉਸ ਦੀਆਂ ਤੋਪਾਂ ਦੇ ਗੋਲਾਬਾਰੀ ਦਾ ਸਿੰਘਾਂ ਦੀ ਗੜ੍ਹੀ ਉੱਤੇ ਖਾਹ ਅਸਰ ਨਹੀਂ ਹੋ ਰਿਹਾ ਤਾਂ ਉਸ ਨੇ ਆਪਣੇ ਮੋਰਚੇ ਅੱਗੇ ਵਧਾ ਲਏ ਅਤੇ ਗੜ੍ਹੀ ਤੋਂ 40-50 ਗਜ਼ ਦੀ ਵਿੱਥ ਤੇ ਪਹੁੰਚਾ ਕੇ ਮੋਰਚੇ ਕਾਇਮ ਕਰ ਲਏ। ਇੱਥੇ ਉਸ ਨੇ ਇੱਕ ਉੱਚਾ ਸਾਰਾ ਥੜਾ ਬਣਾ ਉੱਤੋਂ ਪੱਕਾ ਕਰਕੇ ਇੱਕ ਵੱਡੀ ਤੋਪ ਲਿਆ ਕੇ ਬੀੜੀ ਅਤੇ ਗੜ੍ਹੀ ਉੱਤੇ ਅੱਗ ਵਰਾਉਣੀ ਆਰੰਭ ਕਰ ਦਿੱਤੀ। ਸਿੰਘ ਤੋਪਾਂ ਹੀ ਧੂ ਕੇ ਲੈ ਤੁਰੇ। ਜੈਨੂਦੀਨ ਅਹਿਮਦ ਖਾਂ ਦੀ ਇੱਕ ਜ਼ਬਰਦਸਤ ਤੋਪ ਜੋ ਲਗਾਤਾਰ ਗੋਲੇ ਭਰਾਈ ਜਾਂਦੀ ਸੀ ਵੀ ਸਿੰਘਾਂ ਦਾ ਬਹੁਤਾ ਨੁਕਸਾਨ ਨਹੀਂ ਸੀ ਕਰ ਰਹੀ, ਤਾਂ ਵੀ ਸਿੰਘਾਂ ਦਲੇਰੀ, ਹੁਸ਼ਿਆਰੀ ਅਤੇ ਅਥਾਹ ਹਿੰਮਤ ਦਾ ਰੋਹਬ ਅਤੇ ਜਵਾਲਾ ਦੁਸ਼ਮਣ ਨੂੰ ਵਿਖਾਉਣ ਲਈ ਇਸ ਤੋਪ ਨੂੰ ਇਸ ਦੇ ਟਿਕਾਣੇ ਤੋਂ ਇਸ ਤਰ੍ਹਾਂ ਖਿਸਕਾ ਲਿਜਾਣ ਦਾ ਇਰਾਦਾ ਕਰ ਲਿਆ ਕਿ ਕਿਸੇ ਨੂੰ ਨਾ ਤਾਂ ਆਵਾਜ਼ ਹੀ ਸੁਣੇ ਅਤੇ ਨਾ ਹੀ ਪਤਾ ਲੱਗੇ ਕਿ ਤੋਪ ਕਿਵੇਂ ਤੇ ਕਿੱਧਰ ਲੈ ਗਏ ਹਨ। ਭਾਵੇਂ ਸਿੰਘਾਂ ਨੂੰ ਇਹ ਤੋਪ ਲੈ ਕੇ ਜਾਣ ਦਾ ਕੋਈ ਲਾਭ ਨਹੀਂ ਸੀ, ਕਿਉਂਕਿ ਇਸ ਤੋਪ ਦਾ ਢਿੱਡ ਭਰਨ ਲਈ ਉਹਨਾਂ ਪਾਸ ਦਾਰੂ ਸਿੱਕਾ ਹੀ ਨਹੀਂ ਸੀ, ਪਰ ਉਹ ਮੁਗਲ ਫੌਜਦਾਰ ਅਤੇ ਉਸਦੇ ਸੂਰਬੀਰਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਤੁਹਾਡੇ ਐਡੇ ਵੱਡੇ ਲਸ਼ਕਰ ਅਤੇ ਤੁਹਾਡੀਆਂ ਤੋਪਾਂ ਨੂੰ ਅਸੀਂ ਟਿੱਚ ਸਮਝਦੇ ਹਾਂ। ਇਹ ਬੜਾ ਖਤਰਨਾਕ ਅਤੇ ਮਹਿੰਗਾ ਪੈ ਜਾਣ ਵਾਲਾ ਮਖੌਲ ਸੀ, ਪਰ ਸਿੰਘਾਂ ਦੀ ਖਲੋਹ ਹੈ ਕਿ ਯੁੱਧ ਵਿੱਚ ਵੱਧ ਤੋਂ ਵੱਧ ਜਾਨ ਜੋਖਮ ਵਾਲਾ ਕੰਮ ਉਹਨਾਂ ਦੀ ਸਭ ਤੋਂ ਪਿਆਰੀ ਅਤੇ ਮਨਭਾਉਂਦੀ ਖੇਡ ਹੈ। ਮੌਤ ਦੇ ਭਰਪੂਰ ਖਤਰੇ ਵਾਲੇ ਕਾਰੇ 'ਚੋਂ ਉਹ ਡਾਢਾ ਆਨੰਦ ਮਾਣਦੇ ਹਨ। ਬਸ ਇਹ ਸੋਚਣ ਦੀ ਹੀ ਦੇਰ ਸੀ ਕਿ ਝੱਟ ਵਿਉਂਤ ਬਣ ਗਈ। ਗੜ੍ਹੀ ਦੇ ਅੰਦਰੋਂ ਅੰਦਰ ਸੁਰੰਗ ਪੁੱਟ ਕੇ ਉਸ ਥਾਂ ਤੱਕ ਲੈ ਗਏ ਜਿੱਥੇ ਤੋਪ ਬੀੜੀ ਹੋਈ ਸੀ। ਤੋਪ ਨੂੰ ਧੂਣ ਲਈ ਬਲਦਾਂ ਦੀਆਂ ਜੋਗਾਂ ਤੇ ਮਜ਼ਬੂਤ ਰੱਸੇ ਤਿਆਰ ਕਰ ਲਏ। ਇਹ ਵਰਖਾ ਦੇ ਦਿਨ ਸਨ। ਇੱਕ ਅਤੀ ਹਨੇਰੀ ਰਾਤ ਨੂੰ ਜਦ ਮੀਂਹ ਬੜੇ ਜ਼ੋਰ ਦਾ ਵਰ੍ਹ ਰਿਹਾ ਸੀ ਅਤੇ ਉਸ ਦੀ ਸ਼ੂਕ ਕਾਰਨ ਕਿਸੇ ਨੂੰ ਵੀ ਸੁਣ ਕੁਛ ਨਹੀਂ ਸੀ ਰਿਹਾ। ਹਨੇਰੇ ਵਿੱਚ ਹੱਥ ਪਸਾਰਿਆ ਵੀ ਨਹੀਂ ਸੀ ਦਿਸ ਰਿਹਾ। ਘੇਰਾ ਪਾਉਣ ਵਾਲੀ ਬਾਹਰਲੀ ਮੁਗਲ ਸੈਨਾ ਦੇ ਯੋਧੇ ਥਾਂਓਂ
ਥਾਈਂ ਦੜੇ ਪਏ ਸਨ। ਸਿਰ ਕੱਢ ਕੇ ਬਾਹਰ ਵੇਖਣ ਦਾ ਕਿਸੇ ਨੂੰ ਹੀਆ ਨਹੀਂ ਸੀ ਪੈ ਰਿਹਾ। ਉਸ ਸਮੇਂ ਸਿੰਘਾਂ ਨੇ ਉਸ ਤੋਪ ਨੂੰ ਖਿਸਕਾ ਕੇ ਗੜੀ ਵੱਲ ਧੂ ਲਿਆ ਅਤੇ ਇੱਕ ਬੜਾ ਯੋਗ ਮੌਕਾ ਸਮਝਿਆ। ਅੱਧੀ ਕੁ ਰਾਤ ਹੋ ਚੁੱਕੀ ਸੀ ਜਦ ਸਿੰਘਾਂ ਸੁਰੰਗ ਦੇ ਅਗਲੇ ਸਿਰੇ ਲਾਗਿਓਂ ਜੋ ਤੋਪ ਦੇ ਐਨ ਲਾਗੇ ਜਾ ਪਹੁੰਚਾਇਆ ਸੀ, ਉਸ ਦੀ ਛੱਡੀ ਹੋਈ ਮਿੱਟੀ ਵੀ ਹਟਾ ਦਿੱਤੀ। ਕਿਲ੍ਹੇ ਦੇ ਅੰਦਰ ਬਲਦਾਂ ਦੀਆਂ ਜੋੜੀਆਂ ਇੱਕ ਦੂਜੇ ਦੇ ਅੱਗੇ ਜੋੜ ਕੇ ਤੋਪ ਨੂੰ ਅੰਦਰ ਵੱਲ ਖਿੱਚਣ ਲਈ ਤਿਆਰੀ ਕਰ ਲਈ। ਫਿਰ ਕੁਝ ਮਣਚਲੇ ਸਿੰਘ ਨਿੱਤਰੇ। ਕਿਲ੍ਹੇ ਦੀ ਬਾਹਰਲੀ ਖਾਈ, ਜਿਸ ਵਿੱਚ ਮੀਂਹ ਦਾ ਪਾਣੀ ਬੜੇ ਜ਼ੋਰ ਨਾਲ ਪੈ ਰਿਹਾ ਸੀ, ਠੰਡ ਅਤੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਖਾਈ ਦੇ ਡੋਬੂ ਅਤੇ ਰੋੜੂ ਪਾਣੀ ਨੂੰ ਤਰ ਕੇ ਵੈਰੀ ਦੀ ਤੋਪ ਦੇ ਲਾਗੇ ਜਾ ਪਹੁੰਚੇ ਅਤੇ ਤੋਪ ਦੇ ਪਟੜੇ ਨੂੰ ਘੁੱਟ ਕੇ ਰੱਸੇ ਬੰਨ੍ਹ ਦਿੱਤੇ। ਫਿਰ ਇਹ ਸਿੰਘ ਉਸੇ ਤਰ੍ਹਾਂ ਤਰ ਕੇ ਮੁੜ ਅੰਦਰ ਆ ਗਏ। ਹਿੱਕਣ ਅਤੇ ਜਦ ਬਲਦਾਂ ਜ਼ੋਰ ਲਾ ਕੇ ਖਿੱਚਣਾ ਸ਼ੁਰੂ ਕੀਤਾ ਤਾਂ ਤੋਪ ਸਣੇ ਪਟੜੇ ਦੇ ਹਿੱਲ ਪਈ ਅਤੇ ਸੁਰੰਗ ਵੱਲ ਨੂੰ ਰਿੜ ਤੁਰੀ। ਪਰ ਬਦਕਿਸਮਤੀ ਨਾਲ ਜਦ ਹੇਠ ਪੁੱਜੀ ਤਾਂ ਤੋਪ ਅਤੇ ਠੇਲੀ ਪਟੜੇ ਨੂੰ ਬੰਨ੍ਹੇ ਰੱਸੇ ਟੁੱਟ ਗਏ। ਨਾਲ ਹੀ ਤੋਪ ਆਪਣੇ ਪਟੜੇ ਤੋਂ ਲਹਿ ਗਈ ਅਤੇ ਦੋਵੇਂ ਵੱਖਰੇ ਹੋ ਕੇ ਥੱਲੇ ਡਿੱਗ ਪਏ। ਇਹਨਾਂ ਦੇ ਡਿੱਗਣ ਨਾਲ ਇੰਨਾ ਉੱਚਾ ਜ਼ੋਰਦਾਰ ਧੜੱਮ ਕਰਕੇ ਧਮਾਕਾ ਹੋਇਆ ਕਿ ਊਂਘਦੇ ਅਤੇ ਸੁੱਤੇ ਪਏ ਪਹਿਰੇਦਾਰ ਤ੍ਰਿਬਕ ਕੇ ਜਾਗ ਪਏ। ਕਿਸੇ ਨੂੰ ਪਤਾ ਨਾ ਲੱਗਾ ਕਿ ਇਹ ਕੀ ਹੋਇਆ। ਸਾਰੇ ਹੀ ਜਲਤੂ ਜਲਾਲਤੂ ਪੜ੍ਹਨ ਲੱਗ ਪਏ। ਫਿਰ ਜਦ ਤੋਪ ਨੂੰ ਆਪਣੇ ਥਾਂ ਤੋਂ ਗਾਇਬ ਹੋਏ ਡਿੱਠਾ ਤਾਂ ਜ਼ੈਨੂਦੀਨ ਅਹਿਮਦ ਖਾਨ ਦੇ ਸਰਹੱਦੀ ਲਸ਼ਕਰ ਵਿੱਚ ਹਫਰਾ ਤਫਰੀ ਪੈ ਗਈ ਅਤੇ ਉਹ ਤੋਪ ਦੀ ਭਾਲ ਵਿੱਚ ਸਾਰੀ ਪਾਸੀਂ ਭੱਜ ਉੱਠੇ। ਸਾਰਿਆਂ ਦੀ ਇਹ ਖਾਹਿਸ਼ ਸੀ ਕਿ ਫੌਜਦਾਰ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਤੋਪ ਨੂੰ ਭਾਲ ਲਿਆ ਜਾਵੇ, ਪਰ ਤੋਪ ਕਿੱਥੋਂ ਲੱਭੇ। ਚਿੱਕੜ ਅਤੇ ਜਿੱਲਣ ਵਿੱਚ ਦੀ ਡਿੱਗਦਾ ਢਹਿੰਦਾ ਹੋਇਆ ਜ਼ੈਨੂਦੀਨ ਫੌਜਦਾਰ ਖੁਦ ਪੈਦਲ ਅਤੇ ਬੜਾ ਹੀ ਘਬਰਾਇਆ ਹੋਇਆ ਤੋਪ ਦੇ ਦਮਦਮੇ ਤੱਕ ਪੁੱਜਾ। ਚੁਫੇਰੇ ਹਨੇਰਾ ਹੀ ਹਨੇਰਾ ਸੀ। ਵਰਖਾ ਅਤੇ ਹਵਾ ਦਾ ਇੰਨਾ ਜ਼ੋਰ ਸੀ ਕਿ ਮਿਸਾਲ ਕੋਈ ਬਲ ਨਹੀਂ ਸੀ ਸਕਦੀ। ਲੱਕ ਲੱਕ ਪਾਣੀ ਸਾਰੇ ਪਾਸੀਂ ਛਾਲਾਂ ਮਾਰ ਰਿਹਾ ਸੀ। ਮਿਸਾਲਾਂ ਜਗਾਉਣ ਦਾ ਹੁਕਮ ਦੇਣੋਂ ਵੀ ਫੌਜਦਾਰ ਡਰਦਾ ਸੀ, ਕਿਉਂਕਿ ਇੰਜ ਕਰਨ ਨਾਲ ਸਿੰਘਾਂ ਦੀ ਗੋਲੀ ਸਿੱਧੀ ਮਿਸਾਲਾਂ ਵਾਲੀ ਥਾਂ ਲਸ਼ਕਰੀਆਂ ਉੱਤੇ ਵਰਨ ਲੱਗ ਪੈਣੀ ਸੀ। ਇੰਨੇ ਸੰਘਣੇ ਹਨੇਰੇ ਵਿੱਚ ਉਹ ਲੋਅ ਤੋਂ ਬਿਨਾਂ ਕਰਨ ਵੀ ਕੀ। ਅੰਤ ਨੂੰ ਟੋਹੰਦਿਆਂ ਟੋਹੰਦਿਆਂ ਬੜੀ ਮੁਸ਼ਕਿਲ ਨਾਲ ਪਤਾ ਲੱਗਾ ਕਿ ਤੋਪ ਅਤੇ ਉਸਦਾ ਪਟੜਾ ਦਮਦਮੇ ਤੋਂ ਹੇਠਾਂ ਟੋਏ ਵਿੱਚ ਪੁੱਠੇ ਡਿੱਗੇ ਪਏ ਹੋਏ ਹਨ। ਹੁਣ ਜ਼ੈਨੂਦੀਨ ਅਹਿਮਦ ਖਾਨ ਦੇ ਉੱਡੇ ਹੋਏ ਹੋਸ਼ ਕੁਝ ਟਿਕਾਣੇ ਹੋਏ। ਉਸਨੇ ਆਪਣੇ ਲਸ਼ਕਰ ਦੇ 100 ਆਦਮੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ 50-50 ਰੁਪਏ ਹਰ ਇੱਕ ਨੂੰ ਇਨਾਮ ਦੇਣ ਦਾ ਵਾਅਦਾ ਕੀਤਾ ਜੇ ਉਹ ਤੋਪ ਨੂੰ ਉੱਥੋਂ ਕੱਢ ਲਿਆਉਣ। ਫੌਜਦਾਰ ਲਲਕਾਰੇ ਕਿ ਜੇ ਦਿਨ ਚੜ੍ਹਨ ਤੋਂ ਪਹਿਲਾਂ ਤੋਪ ਕੱਢ ਲਿਆਉਣ ਤਾਂ ਲਾਜਪਤ ਰਹਿ ਜਾਊ, ਨਹੀਂ ਤਾਂ ਦਿਨੇ ਸਿੰਘਾਂ ਦੀਆਂ ਗੋਲੀਆਂ ਨੇ ਕਿਸੇ ਨੂੰ ਲਾਗੇ ਨਹੀਂ ਫਟਕਣ ਦੇਣਾ। ਇਹਨਾਂ 100 ਆਦਮੀਆਂ ਨੇ ਦੇਰ ਤੱਕ ਖਪ ਕੇ ਬੜੀ ਮੁਸ਼ਕਿਲ ਨਾਲ ਤੋਪ ਕੱਢੀ ਅਤੇ ਸੁਰੱਖਿਅਤ ਥਾਂ ਪਹੁੰਚਾਈ। ਸਢੌਰੇ ਦਾ ਘੇਰਾ ਕਈ ਮਹੀਨੇ ਲਟਕਦਾ ਰਿਹਾ। ਹੁਣ ਜਦ ਤਖ਼ਤ ਤੇ ਫਰੱਖਸ਼ੀਰ ਬੈਠਾ ਤਾਂ ਸਭ ਤੋਂ ਪਹਿਲਾਂ ਉਸ ਨੇ ਇਸ ਪਾਸੇ ਹੀ ਧਿਆਨ ਕੀਤਾ ਅਤੇ ਇਸ ਘੇਰੇ ਨੂੰ ਕਾਮਯਾਬ ਕਰਨ ਲਈ ਇਸ ਦੀ ਕਮਾਨ ਲਾਹੌਰ ਦੀ ਸੂਬੇਦਾਰੀ ਦੇ ਨਾਲ ਹੀ ਬਦਲ ਦਿੱਤੀ। ਜ਼ਬਰਦਸਤ ਖਾਂ ਦੀ ਥਾਂ ਆਬਦੁਸ ਸਮਦ ਖਾਂ ਲਾਹੌਰ ਦਾ ਸੂਬੇਦਾਰ। ਫਰੱਖਸ਼ੀਰ ਨੇ ਤਖ਼ਤ ਤੇ ਬੈਠਦਿਆਂ ਜਹਾਂਦਾਰ ਸ਼ਾਹ ਵੱਲੋਂ ਨਿਯੁਕਤ ਕੀਤੇ ਕਈ ਵੱਡੇ ਵੱਡੇ ਅਫਸਰ ਬਦਲ ਦਿੱਤੇ। 14 ਮਾਰਚ 1713 ਈਸਵੀ ਨੂੰ ਜ਼ਬਰਦਸਤ ਖਾਂ ਦੀ ਥਾਂ ਆਬਦੁਸ ਸਮਦ ਖਾਂ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਅਤੇ ਉਸਦੇ ਪੁੱਤਰ ਜ਼ਕਰੀਆ ਖਾਂ ਨੂੰ ਜੰਮੂ ਦਾ ਫੌਜਦਾਰ ਬਣਾਇਆ। 7 ਦਿਨਾਂ ਬਾਅਦ 21 ਮਾਰਚ ਨੂੰ ਬਾਦਸ਼ਾਹ ਵੱਲੋਂ ਸੱਯਦ ਹੁਸੈਨ ਅਲੀ ਖਾਂ ਨੂੰ ਹੁਕਮ ਹੋਇਆ ਕਿ ਆਬਦੁਸ ਸਮਦ ਖਾਂ ਨੂੰ ਲਿਖ ਦੇਵੇ ਕਿ ਉਹ ਆਪਣੀ ਫੌਜ ਲੈ ਕੇ ਜ਼ੈਨੂਦੀਨ ਅਹਿਮਦ ਖਾਂ ਨਾਲ ਜਾ ਮਿਲੇ ਅਤੇ ਦੋਵੇਂ ਰਲ ਕੇ ਬੰਦਾ ਸਿੰਘ ਨੂੰ ਫੜਨ ਜਾਂ ਖਤਮ ਕਰ ਦੇਣ। 2 ਤੇ 4 ਅਪ੍ਰੈਲ ਨੂੰ ਵਾਰੋ ਵਾਰੀ ਦਿੱਲੀ ਬਾਦਸ਼ਾਹ ਨੂੰ ਖਬਰਾਂ ਪੁੱਜੀਆਂ ਕਿ ਬੰਦਾ ਸਿੰਘ 4-5 ਹਜ਼ਾਰ ਸਿੰਘਾਂ ਸਮੇਤ ਲੋਹਗੜ੍ਹ ਦੇ ਕਿਲ੍ਹੇ ਵਿੱਚ ਸ਼ਾਹੀ ਫੌਜ ਨਾਲ ਟਾਕਰੇ ਲਈ ਡਟਿਆ ਹੋਇਆ ਹੈ। ਸਢੌਰੇ ਦੀ ਗੜੀ ਵਿੱਚ 1000 ਕੁ ਸਿੰਘ ਪੱਕੇ ਪੈਰ ਜਮਾ ਕੇ ਬਾਦਸ਼ਾਹੀ ਪ੍ਰਸ਼ਾਸਨ ਨੂੰ ਤਹਿਸ ਨਹਿਸ ਕਰ ਰਹੇ ਹਨ। ਆਲੇ ਦੁਆਲੇ ਦੇ ਪਰਗਨਿਆਂ ਨੂੰ ਉਹਨਾਂ ਆਪਣੀ ਲੁੱਟਮਾਰ ਤੇ
ਗਾਰਤ ਘਰੀ ਦਾ ਨਿਸ਼ਾਨਾ ਬਣਾਇਆ ਹੋਇਆ ਹੈ। ਜੈਨੂਦੀਨ ਅਹਿਮਦ ਖਾਂ ਫੌਜਦਾਰ ਸਰਹੰਦ ਨੇ ਛੱਤ ਬਨੂੜ ਦੇ ਪਰਗਣੇ ਵਿੱਚ ਡੇਰਾ ਲਾਇਆ ਹੋਇਆ ਹੈ ਤਾਂ ਕਿ ਸਿੰਘਾਂ 'ਤੇ ਸਖਤਾਈ ਕਰਕੇ ਉਹਨਾਂ ਦੀ ਰੋਕਥਾਮ ਕਰੇ, ਪਰ ਸਿੰਘਾਂ 'ਤੇ ਹਾਵੀ ਹੋਣ ਵਿੱਚ ਉਹ ਸਫਲ ਨਹੀਂ ਹੋ ਰਿਹਾ। ਉਸ ਦੀ ਉਹਨਾਂ ਮੂਹਰੇ ਕੋਈ ਪੇਸ਼ ਨਹੀਂ ਸੀ ਜਾ ਰਹੀ। ਸ਼ਾਹੀ ਫਰਮਾਨ ਮਿਲਦੇ ਸਾਰ ਹੀ ਅਬਦੁਸ ਸਮਦ ਖਾਂ ਤੁਰੰਤ ਲਾਹੌਰ ਆਣ ਪੁੱਜਾ। ਇਹ ਤੁਰਾਨੀ ਸਰਦਾਰ ਮੁਹੰਮਦ ਅਮੀਨ ਖਾਂ ਦਾ ਸਾਧੂ ਸੀ। ਇਹਨਾਂ ਦੋਹਾਂ ਦੀਆਂ ਘਰਵਾਲੀਆਂ ਉਸਦੇ ਚਾਚੇ ਖਵਾਜਾ ਜ਼ਕਰੀਏ ਦੀਆਂ ਧੀਆਂ ਸਨ। ਇਹ ਪਹਿਲਾਂ ਪਹਿਲ ਔਰੰਗਜ਼ੇਬ ਬਾਦਸ਼ਾਹ ਦੇ ਵੇਲੇ ਕਿਸਮਤ ਅਜ਼ਮਾਈ ਲਈ ਲਾਹੌਰ ਆਇਆ ਸੀ। ਇਹ ਯੋਗ ਆਦਮੀ ਹੋਣ ਕਰਕੇ ਬਾਦਸ਼ਾਹ ਦੀ ਨਜ਼ਰੀ ਚੜ੍ਹ ਗਿਆ। ਪਹਿਲਾਂ ਇਸਨੂੰ 4 ਸੱਦੀ ਦਾ ਅਹੁਦਾ ਦਿੱਤਾ ਗਿਆ। ਬਹਾਦਰ ਸ਼ਾਹ ਵੇਲੇ ਇਸਨੂੰ 700 ਸਵਾਰਾਂ ਦਾ ਮੁਖੀ ਅਫਸਰ ਬਣਾ ਦਿੱਤਾ ਗਿਆ। ਬਹਾਦਰ ਸ਼ਾਹ ਦੇ ਮਰਨ 'ਤੇ ਉਸ ਦੇ ਪੁੱਤਾਂ ਵਿੱਚ ਗੱਦੀ ਹਾਸਲ ਕਰਨ ਲਈ ਜੰਗ ਸਮੇਂ ਇਹ ਜ਼ੁਲਫਕਾਰ ਖਾਂ ਨਾਲ ਮਿਲ ਗਿਆ। ਸ਼ਹਿਜ਼ਾਦਾ ਜਹਾਨ ਖਾਨ ਨੂੰ ਮਾਰਨ ਨਾਲ ਕਾਫੀ ਪ੍ਰਸਿੱਧ ਹੋ ਗਿਆ। ਫਿਰ ਤਖ਼ਤ ਵਾਸਤੇ ਫਰੁਖਸ਼ੀਰ ਅਤੇ ਜਹਾਂਦਾਰ ਸ਼ਾਹ ਵਿਚਕਾਰ ਹੋਈ ਜੰਗ ਵਿੱਚ ਇਹ ਫਰੁਖਸ਼ੀਰ ਵਾਲੇ ਪਾਸਿਓਂ ਹੋ ਕੇ ਲੜਿਆ ਅਤੇ ਬਹੁਤ ਨਾਮਣਾ ਖੱਟਿਆ। ਫਰੁਖਸ਼ੀਰ ਇਸ ਦੀ ਸੇਵਾ ਤੋਂ ਬਹੁਤ ਖੁਸ਼ ਹੋਇਆ। ਜਦ ਸਫਲ ਹੋ ਕੇ ਤਖ਼ਤ ਨਸ਼ੀਨ ਹੋਇਆ ਤਾਂ ਇਸ ਨੂੰ 5 ਹਜ਼ਾਰੀ ਦਾ ਮਨਸਿਬ ਦਿੱਤਾ, ਦਲੇਰੇ ਜੰਗ ਦਾ ਖਿਤਾਬ ਬਖਸ਼ਿਆ ਅਤੇ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਅਬਦੁਸ ਸਮਦ ਖਾਂ ਦਾ ਸਢੌਰੇ ਪੁੱਜ ਕੇ ਘੇਰਾ ਕੱਸਣਾ। ਅਬਦੁਸ ਸਮਦ ਖਾਂ ਹੁਕਮ ਮਿਲਦੇ ਸਾਰ ਹੀ ਤਿਆਰੀ ਕਰਕੇ ਜਦ ਸਢੌਰੇ ਪੁੱਜਾ ਤਾਂ ਉਸ ਵੇਲੇ ਸਿੰਘ ਦੋਹੀਂ ਥਾਈਂ ਡਟੇ ਬੈਠੇ ਸਨ। ਬੰਦਾ ਸਿੰਘ ਆਪ ਤਾਂ ਲੋਹਗੜ੍ਹ ਵਿੱਚ ਸੀ, ਸਢੌਰੇ ਦੀ ਗੜੀ ਵਿੱਚ ਵੀ ਸਿੰਘ ਚੰਗੀ ਤਰ੍ਹਾਂ ਡਟੇ ਹੋਏ ਸਨ। ਜੈਨੂਦੀਨ ਅਹਿਮਦ ਖਾਨ ਨੇ ਸਿਰ ਚੋਟੀ ਦਾ ਜ਼ੋਰ ਲਾਇਆ ਸੀ, ਪਰ ਉਹ ਸਿੰਘਾਂ ਨੂੰ ਇੱਥੋਂ ਉਖੇੜਨ ਵਿੱਚ ਸਫਲ ਨਹੀਂ ਸੀ ਹੋ ਸਕਿਆ। ਅਬਦੁਸ ਸਮਦ ਖਾਂ ਹੰਢਿਆ ਆਦਮੀ ਸੀ। ਝੱਟ ਭਾਂਪ ਗਿਆ ਕਿ ਇਸ ਵੇਲੇ ਦੋਹਾਂ ਕਿਲਿਆਂ ਉੱਤੇ ਕੀਤੇ ਹੱਲੇ ਕਾਮਯਾਬ ਨਹੀਂ ਹੋ ਸਕਣਗੇ। ਉਸ ਨੇ ਵਾਰੋ ਵਾਰੀ ਇਕੱਲੇ ਨੂੰ ਮਾਰਨ ਦਾ ਫੈਸਲਾ ਕੀਤਾ। ਅਬਦੁਸ ਸਮਦ ਖਾਂ, ਜੈਨੂਦੀਨ ਅਹਿਮਦ ਖਾਂ ਅਤੇ ਇਨਾਮ ਖਾਨ ਆਦਿ ਦੀਆਂ ਹੋਰ ਫੌਜਾਂ ਨੇ ਜੋ ਬਾਦਸ਼ਾਹ ਨੇ ਸਿੰਘਾਂ ਦੇ ਖਾਤਮੇ ਲਈ ਇਹਨਾਂ ਦੀ ਸਹਾਇਤਾ ਲਈ ਭੇਜੀਆਂ ਸਨ, ਰਲ ਕੇ ਸਢੌਰੇ ਦੀ ਗੜੀ ਦਾ ਘੇਰਾ ਸਖਤ ਕਰ ਦਿੱਤਾ। ਇਸ ਲੜਾਈ ਨੂੰ ਜਹਾਦ ਦਾ ਰੰਗ ਦੇ ਕੇ 4 ਚੁਫੇਰੇ ਦੇ ਇਲਾਕਿਆਂ ਵਿੱਚ ਪੱਲਾ ਫੇਰ ਦਿੱਤਾ ਕਿ ਗਾਜੀਓ, ਇਸਲਾਮ ਦੀ ਸੇਵਾ ਲਈ ਨਿੱਤਰ ਪਓ, ਕਾਫਰ ਮੁਕਾਓ ਅਤੇ ਜੋ ਲੁੱਟ ਲਵੋ ਸਭ ਤੁਹਾਡਾ। ਇਸਲਾਮ ਦੀ ਸੇਵਾ ਨਾਲੋਂ ਲੁੱਟ ਦਾ ਲਾਲਚ ਕਰਕੇ ਆਲੇ ਦੁਆਲੇ ਦਾ ਮੁਸਲਮਾਨ ਮੁਲਖਈਆ ਬੇਸ਼ੁਮਾਰ ਜਮ੍ਹਾਂ ਹੋ ਗਿਆ। ਇਸ ਤਰ੍ਹਾਂ ਘੇਰੇ ਦੇ ਕੱਸੇ ਜਾਣ ਨਾਲ ਸਿੰਘਾਂ ਦੀ ਆਵਾਜਾਈ ਬੜੀ ਔਖੀ ਹੋ ਗਈ ਅਤੇ ਅੰਦਰ ਖਾਣਾ, ਦਾਣਾ ਅਤੇ ਘਾਹ ਪੱਠਾ ਪੁੱਜਣਾ ਔਖਾ ਹੋ ਗਿਆ। ਇੰਨੇ ਕਰੜੇ ਘੇਰੇ ਵਿੱਚ ਸਿੰਘਾਂ ਦਾ ਸਢੌਰੇ ਦੀ ਗੜੀ ਵਿੱਚ ਬਹੁਤੀ ਦੇਰ ਟਿਕੇ ਰਹਿਣਾ ਬਹੁਤ ਔਖਾ ਸੀ। ਬੰਦਾ ਸਿੰਘ ਵੀ ਅਵੇਸਲਾ ਨਹੀਂ ਸੀ। ਇਸ ਹਾਲਤ ਨੂੰ ਵੇਖ ਕੇ ਲੋਹਗੜ੍ਹੋਂ ਸਹਾਇਤਾ ਭੇਜਣ ਦੇ ਯਤਨ ਸ਼ੁਰੂ ਕਰਨ ਲੱਗਾ। ਤੀਜੇ ਦਿਨ ਤੇ ਕਈ ਵਾਰ ਰੋਜ਼ ਹੀ ਲੋਹਗੜ੍ਹੋਂ ਸਿੰਘਾਂ ਦੇ ਜਥੇ ਭੇਜਦਾ ਅਤੇ ਉਹਨਾਂ ਨੂੰ ਲੰਗਰ ਅਤੇ ਲੜਾਈ ਦਾ ਸਮਾਨ ਪਹੁੰਚਾਉਂਦਾ। ਗੜੀ ਦੇ ਅੰਦਰ ਘਿਰੇ ਹੋਏ ਸਿੰਘ ਵੀ ਸਿਰ ਤਲੀਆਂ 'ਤੇ ਧਰੀ ਬੈਠੇ ਸਨ। ਉਹਨਾਂ ਦੇ ਵੀ ਹੌਸਲੇ ਦੂਣੇ ਚੌਣੇ ਹੋ ਗਏ। ਜਦ ਸਿੰਘਾਂ ਦੇ ਜਥੇ ਨੂੰ ਗੜੀ ਵੱਲ ਆ ਰਹੇ ਵੇਖਦੇ ਜਾਂ ਉਹਨਾਂ ਦੇ ਘੋੜਿਆਂ ਦੇ ਆਉਣ ਨਾਲ ਉਡਦੀ ਧੂੜ ਤੱਕਦੇ ਤਾਂ ਉਹ ਵੀ ਭੁੱਖਿਆਂ ਸ਼ੇਰਾਂ ਦੇ ਘੋਰਨੇ 'ਚੋਂ ਨਿਕਲਣ ਵਾਂਗ ਗੜੀ 'ਚੋਂ ਲਲਕਾਰੇ ਮਾਰਦੇ ਹੋਏ ਹੱਲਾ ਕਰਕੇ ਘੇਰੇ ਵਾਲਿਆਂ 'ਤੇ ਟੁੱਟ ਪੈਂਦੇ ਅਤੇ ਮਾਰਦੇ ਕੱਟਦੇ ਹੋਏ ਜੋ ਹੱਥ ਆਉਂਦਾ ਖੋਹ ਖਿੰਝ ਕੇ ਗੜੀ ਵਿੱਚ ਲੈ ਵੜਦੇ। ਜੰਗ ਵਿੱਚ ਹੌਸਲੇ ਅਤੇ ਦਲੇਰੀ ਦਾ ਆਪਣਾ ਹਿੱਸਾ ਹੈ, ਪਰ ਗਿਣਤੀ ਤੋਂ ਬਿਨਾਂ ਵੀ ਸਰਦਾ ਨਹੀਂ। ਸਿੰਘਾਂ ਪਾਸ ਹੌਸਲਾ ਅਤੇ ਦਲੇਰੀ ਤਾਂ ਬਹੁਤ ਸੀ, ਪਰ ਉਹਨਾਂ ਦੀ ਆਪਣੀ ਗਿਣਤੀ ਬਹੁਤ ਘੱਟ ਸੀ। ਇਸ ਕਰਕੇ ਉਹ ਬੜੇ ਘਾਟੇ ਵਿੱਚ ਜਾ ਰਹੇ ਸਨ। ਉਹਨਾਂ ਦੇ ਛੋਟੇ ਹੱਲੇ ਦੁਸ਼ਮਣ ਦਾ ਨੁਕਸਾਨ ਤਾਂ ਜ਼ਰੂਰ ਕਰਦੇ ਸਨ, ਪਰ ਇਹ ਨੁਕਸਾਨ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ ਕਿ ਦੁਸ਼ਮਣ ਪੈਰਾਂ ਤੋਂ ਹਿੱਲ ਜਾਵੇ। ਸੋ ਬਾਹਰ ਬੈਠੇ ਸ਼ਾਹੀ ਲਸ਼ਕਰ 'ਤੇ ਕੋਈ ਖਾਸ ਅਸਰ ਨਹੀਂ ਸੀ ਹੋ ਰਿਹਾ। ਇਹ ਵੀ ਮਾਲੂਮ ਹੁੰਦਾ ਹੈ ਕਿ ਜਦ ਇਕੱਲਾ ਜੈਨੂਦੀਨ ਅਹਿਮਦ ਖਾਨ
ਘੇਰਾ ਪਾਈ ਬੈਠਾ ਸੀ। ਉਸ ਵੇਲੇ ਸਿੰਘਾਂ ਬਹੁਤਾ ਅੰਨ ਦਾਣਾ ਅਤੇ ਘਾਹ ਪੱਠਾ ਆਦਿ ਜਮ੍ਹਾਂ ਨਹੀਂ ਸੀ ਕੀਤਾ। ਹੁਣ ਜਦ ਘੇਰਾ ਪੀਠਾ ਹੋ ਗਿਆ ਸੀ ਤਾਂ ਸਿੰਘਾਂ ਲਈ ਡਾਢੀ ਔਖ ਬਣੀ ਹੋਈ ਸੀ। ਹਾਂ, ਇਹ ਗੱਲ ਚਕਿਤ ਕਰ ਦੇਣ ਵਾਲੀ ਹੈ ਕਿ ਇਸ ਸਿਰੇ ਦੀ ਔਖਿਆਈ ਸਮੇਂ ਵੀ ਉਹਨਾਂ ਦੇ ਕਦਮ ਨਹੀਂ ਡਗਮਗਾਏ ਜਾਂ ਬਾਹਰਲੀ ਲਾਤਾਦਾਦ ਗਿਣਤੀ ਦੇ ਅੱਲਾਹੂ ਅਕਬਰ ਅਤੇ ਯਾ ਅਲੀ ਦੇ ਨਾਅਰੇ ਉਹਨਾਂ 'ਤੇ ਕੋਈ ਅਸਰ ਨਹੀਂ ਸੀ ਪਾ ਸਕੇ। ਇਹ ਨਾਅਰੇ ਉਹਨਾਂ ਨੂੰ ਹੋਰ ਰੋਹ ਅਤੇ ਜੋਸ਼ ਚੜ੍ਹਾਉਂਦੇ ਸਨ। ਘੇਰਾ ਲੰਮਾ ਹੁੰਦਾ ਗਿਆ ਅਤੇ ਹੁਣ ਗਰਮੀ ਦੇ ਦਿਨ ਆ ਗਏ ਸਨ। 22 ਜੂਨ ਸੰਨ 1713 ਨੂੰ ਕੁਝ ਸਿੰਘ ਕਿਲਿਓਂ ਬਾਹਰ ਨਿਕਲੇ ਤਾਂ ਸ਼ਾਹੀ ਫੌਜ ਨਾਲ ਉਹਨਾਂ ਦਾ ਭੇੜ ਹੋ ਗਿਆ। ਇੰਜ ਮਾਲੂਮ ਹੁੰਦਾ ਹੈ ਕਿ ਲੋਹਗੜ੍ਹ ਤੋਂ ਬੰਦਾ ਸਿੰਘ ਨੇ ਸਢੌਰੇ ਵਿੱਚ ਘਿਰੇ ਸਿੰਘਾਂ ਦੀ ਲੰਗਰ ਆਦਿ ਦੀ ਸਹਾਇਤਾ ਲਈ ਜਾਂ ਉਹਨਾਂ ਨੂੰ ਉੱਥੋਂ ਕੱਢ ਲਿਆਉਣ ਦੇ ਇਰਾਦੇ ਨਾਲ ਸਿੰਘਾਂ ਦਾ ਜਥਾ ਭੇਜਿਆ ਅਤੇ ਜਦ ਇਹ ਜਥਾ ਨਜ਼ਦੀਕ ਢੁੱਕਾ ਤਾਂ ਇਨਾਮ ਖਾਂ ਦੇ ਸਿਪਾਹੀ ਇਹਨਾਂ ਉੱਤੇ ਨੇਜੇ ਤੇਗਾਂ ਸੂਤ ਕੇ ਟੁੱਟ ਪਏ। ਜਦ ਬਾਹਰ ਇਹ ਨਜ਼ਾਰਾ ਤੱਕਿਆ ਤਾਂ ਕਿਲ੍ਹੇ ਅੰਦਰੋਂ ਕੁਝ ਸਿੰਘ ਵੀ ਨਿਕਲ ਪਏ। ਇਸ ਤਰ੍ਹਾਂ ਸਿੰਘਾਂ ਅਤੇ ਲਸ਼ਕਰੀਆਂ ਵਿੱਚ ਟੱਕਰ ਹੋ ਪਈ। ਦੋਵੇਂ ਧਿਰਾਂ ਆਪਣੇ ਆਪਣੇ ਮਾਣ ਵਿੱਚ ਸਨ। ਜਦ ਮੱਥੇ ਜੁੜ ਗਏ ਤਾਂ ਪਿਛਾਂਹ ਕੌਣ ਹਟੇ। ਦੋਹਾਂ ਪਾਸਿਆਂ ਦਿਆਂ ਸੂਰਮਿਆਂ ਖੂਬ ਆਪਣੇ ਆਪਣੇ ਜੌਹਰ ਵਿਖਾਏ ਅਤੇ ਦੋਹਾਂ ਪਾਸਿਆਂ ਤੋਂ ਕਾਫੀ ਕੱਟਾ-ਵੱਢੀ ਹੋਈ। ਬਾਦਸ਼ਾਹ ਵੱਲੋਂ ਜੋ ਦਿੱਲੀਓਂ ਨਵੀਂ ਸੱਜਰ ਸ਼ਾਹ ਫੌਜ ਆਈ ਸੀ, ਉਸਦਾ ਇੱਕ ਉੱਘਾ ਆਲਾ ਅਫਸਰ ਬਕਾ ਬੇਗ ਖਾਂ ਜੋ ਇਨਾਮ ਖਾਂ ਦੀ ਬਰਾਦਰੀ 'ਚੋਂ ਸੀ ਅਤੇ ਉਸਦੇ ਕੁਝ ਹੋਰ ਸੂਰਬੀਰ ਸਾਥੀ ਸਿੰਘਾਂ ਹੱਥੋਂ ਮਾਰੇ ਗਏ। ਮੁਗਲ ਲਸ਼ਕਰੀ ਤਾਂ ਆਪਣੇ ਮਰ ਚੁੱਕੇ ਅਫਸਰ ਅਤੇ ਸਾਥੀਆਂ ਦੀਆਂ ਲਾਸ਼ਾਂ ਦੁਆਲੇ ਹੋ ਗਏ ਅਤੇ ਸਿੰਘ ਆਪਣੀ ਗੜੀ ਵਿੱਚ ਜਾ ਵੜੇ। ਸਹਾਇਤਾ ਲਈ ਆਏ ਜਥੇ ਦੇ ਜਿੰਨੇ ਸਿੰਘ ਬਚੇ ਉਹ ਵਾਪਸ ਪਰਤ ਗਏ। ਇਹੋ ਜਿਹੀਆਂ ਝੜਪਾਂ ਦੂਜੇ ਤੀਜੇ ਦਿਨ ਹੁੰਦੀਆਂ ਹੀ ਰਹਿੰਦੀਆਂ ਸਨ। ਜੂਨ ਦਾ ਸਾਰਾ ਮਹੀਨਾ ਲੰਘ ਗਿਆ। ਅਬਦੁਸ ਸਮਦ ਖਾਂ ਨੂੰ ਆਏ ਨੂੰ ਕਈ ਦਿਨ ਹੋ ਚੁੱਕੇ ਸਨ। ਉਸ ਨੇ ਕਿਸੇ ਤਰ੍ਹਾਂ ਕੁਝ ਪੇਸ਼ ਨਾ ਜਾਂਦੀ ਵੇਖ ਕੇ ਇੱਕ ਜ਼ੋਰਦਾਰ ਹੱਲਾ ਕਰਨ ਦੇ ਖਿਆਲ ਨਾਲ ਆਪਣੇ ਮੋਰਚੇ ਹੋਰ ਅੱਗੇ ਨੂੰ ਸਰਕਾਉਣੇ ਸ਼ੁਰੂ ਕਰ ਦਿੱਤੇ। 17 ਜੁਲਾਈ 1713 ਨੂੰ ਫਰੰਗਸ਼ੀਰ ਨੂੰ ਦਿੱਲੀ ਵਿਖੇ ਖਬਰ ਪੁੱਜੀ ਜਿਸ ਵਿੱਚ ਲਿਖਿਆ ਹੋਇਆ ਸੀ, ਅਬਦੁਸ ਸਮਦ ਖਾਂ ਨੇ ਇਨਾਮ ਖਾਂ ਅਤੇ ਜ਼ੈਨੂਦੀਨ ਅਹਿਮਦ ਖਾਂ ਨਾਲ ਸਲਾਹ ਕਰਕੇ ਆਪਣੇ ਮੋਰਚੇ ਸਢੌਰੇ ਦੀ ਗੜੀ ਦੇ ਲਾਗੇ ਕਰਨ ਅਤੇ ਲੱਕੜੀ ਦੀਆਂ 700 ਪੌੜੀਆਂ ਬਣਾ ਕੇ ਛੇਤੀ ਹੀ ਹੱਲਾ ਕਰਨ ਦਾ ਫੈਸਲਾ ਕੀਤਾ ਹੈ। ਅਬਦੁਸ ਸਮਦ ਖਾਂ ਦੀਆਂ ਇਹ ਤਿਆਰੀਆਂ 2 ਕੁ ਮਹੀਨੇ ਤੱਕ ਹੁੰਦੀਆਂ ਰਹੀਆਂ ਅਤੇ ਇਹਨਾਂ ਦਾ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਜਾਪਦਾ ਹੈ। ਇਸ ਲਈ ਸਤੰਬਰ ਮਹੀਨੇ ਦੇ ਤੀਜੇ ਹਫ਼ਤੇ ਦਾ ਅੱਧ ਹੋਵੇਗਾ, ਸ਼ਾਇਦ 18 ਜਾਂ 19 ਸਤੰਬਰ ਨੂੰ, ਇਹ ਖਿਆਲ ਹੀ ਲੱਗਦਾ ਹੈ। ਇਸ ਦਿਨ ਦੀ ਪੱਕੀ ਲਿਖਤ ਗਵਾਹੀ ਨਹੀਂ। ਇਹਨਾਂ ਦੋਹਾਂ 'ਚੋਂ ਇੱਕ ਦਿਨ ਜ਼ਰੂਰ ਹੋਊ। ਸਿੰਘ ਇੱਕਦਮ ਗੜੀ 'ਚੋਂ ਬਿਜਲੀ ਵਾਂਗ ਨਿਕਲ ਪਏ ਅਤੇ ਜਿੱਧਰ ਜ਼ਮੀਂਦਾਰਾਂ ਦੇ ਬੰਦੇ ਅਤੇ ਮੁਲਖਈਆਂ ਘੇਰਾ ਘੱਤੀ ਬੈਠੇ ਸਨ, ਉੱਧਰ ਉਹਨਾਂ 'ਤੇ ਆਫ਼ਤ ਬਣ ਕੇ ਟੁੱਟ ਪਈ। ਪਹਿਲੀ ਗੱਲ ਤਾਂ ਉਹਨਾਂ ਨੂੰ ਚੇਤਾ ਵੀ ਨਹੀਂ ਸੀ ਕਿ ਉਹਨਾਂ 'ਤੇ ਇਸ ਤਰ੍ਹਾਂ ਕਿਆਮਤ ਆਣ ਪਵੇਗੀ। ਦੂਜਾ, ਗਵਾਂਢੀਆਂ ਅਤੇ ਲੋਟੂ ਧਾੜਾਂ ਨੇ ਸਿਰਲੱਥ ਸੂਰਮਿਆਂ ਦਾ ਕੀ ਮੁਕਾਬਲਾ ਕਰਨਾ ਸੀ। ਸਿੰਘ ਤੇਗਾਂ ਬਹਾਉਂਦੇ ਉਹਨਾਂ ਦੀਆਂ ਸਫ਼ਾਂ ਨੂੰ ਖੇਰੂ ਕਰਦੇ ਹੋਏ ਬਿਨਾਂ ਕੁਝ ਬਹੁਤਾ ਨੁਕਸਾਨ ਕਰਾਏ ਦੇ ਨਿਕਲ ਗਏ ਅਤੇ ਲੋਹਗੜ੍ਹ ਜਾ ਪੁੱਜੇ। ਅਬਦੁਸ ਸਮਦ ਖਾਂ ਦਾ ਘੇਰੇ ਦਾ ਜਾਲ ਕਿਸੇ ਕੰਮ ਨਾ ਆਇਆ, ਲੱਗਾ ਦਾ ਲੱਗਾ ਹੀ ਰਹਿ ਗਿਆ। ਇਸ ਨਾਕਾਮੀ ਨੇ, ਜਦ ਕਿ ਉਹ ਐਡੇ ਤਕੜੇ ਲਸ਼ਕਰ ਨਾਲ ਸਿਰਫ 1000 ਕੁ ਸਿੰਘ ਘੇਰੀ ਬੈਠਾ ਸੀ ਅਤੇ ਉਹ ਵੀ ਉਸਦੇ ਲਸ਼ਕਰ ਨੂੰ ਚੀਰ ਪਾੜ ਕੇ ਨਿਕਲ ਗਏ, ਉਸਨੂੰ ਮਾਯੂਸੀ ਅਤੇ ਹੈਰਾਨਗੀ ਦੇ ਅਥਾਹ ਸਮੁੰਦਰਾਂ ਵਿੱਚ ਸੁੱਟ ਦਿੱਤਾ। ਉਸਨੇ ਖਾਲੀ ਗੜੀ 'ਤੇ ਗੱਚ ਕੱਢਿਆ। 24 ਸਤੰਬਰ ਨੂੰ ਦਿੱਲੀ ਬਾਦਸ਼ਾਹ ਪਾਸ ਖਬਰ ਪੁੱਜੀ। ਅਬਦੁਸ ਸਮਦ ਖਾਂ ਨੇ ਸਢੌਰੇ ਦੇ ਕਿਲ੍ਹੇ ਨੂੰ ਢਾਹ ਕੇ ਧਰਤੀ ਨਾਲ ਮਿਲਾ ਦਿੱਤਾ। 12 ਅਕਤੂਬਰ ਨੂੰ ਭਗਵਤੀ ਦਾਸ ਹਰਕਾਰੇ ਵੱਲੋਂ ਬਾਦਸ਼ਾਹ ਦੇ ਹਜ਼ੂਰ ਲਿਖਤੀ ਖਬਰ ਪੇਸ਼ ਕੀਤੀ ਗਈ ਕਿ ਸਿੰਘਾਂ ਦਾ ਆਗੂ ਬੰਦਾ ਸਿੰਘ ਲੋਹਗੜ੍ਹ ਵਿੱਚ ਮੌਜੂਦ ਹੈ ਅਤੇ ਆਪਣੇ ਕਿਲ੍ਹੇ ਦੀ ਖਾਈ ਤਿਆਰ ਕਰਵਾ ਰਿਹਾ ਹੈ। ਸ਼ਾਹੀ ਲਸ਼ਕਰ ਨਾਲ ਡਾਢਾ ਟਾਕਰਾ ਕਰਨ ਦਾ ਇਰਾਦਾ ਰੱਖਦਾ ਹੈ। ਸਢੌਰੇ ਦੀ ਗੜੀ ਢਾਹ ਕੇ ਅਬਦੁਸ ਸਮਦ ਖਾਂ ਲੋਹਗੜ੍ਹ ਵੱਲ ਵਧਿਆ। ਜ਼ੈਨੂਦੀਨ ਅਹਿਮਦ ਖਾਂ, ਇਨਾਮ ਖਾਂ ਅਤੇ ਆਪਣੇ ਪੁੱਤਰ ਜ਼ਕਰੀਆ ਖਾਂ ਆਦਿ ਸਰਦਾਰਾਂ ਨੂੰ ਨਾਲ ਲੈ ਕੇ ਉਸ ਨੇ ਲੋਹਗੜ੍ਹ ਕਿਲ੍ਹੇ 'ਤੇ ਚੜ੍ਹਾਈ ਕਰ ਦਿੱਤੀ। ਬਾਦਸ਼ਾਹੀ ਖਬਰਾਂ ਵਿੱਚ ਇਸ ਚੜ੍ਹਾਈ ਦਾ ਕੋਈ ਜ਼ਿਕਰ ਨਹੀਂ ਮਿਲਦਾ। ਰਿਕਾਰਡ ਤੋਂ ਸਿਰਫ ਇੰਨਾ ਪਤਾ ਲੱਗਦਾ ਹੈ ਕਿ ਕੁਝ ਬੰਦੇ ਮਾਰੇ ਗਏ ਅਤੇ ਕੁਝ ਜ਼ਖਮੀ ਹੋਏ।
ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਦ ਇਹ ਫੌਜ ਲੋਹਗੜ੍ਹ ਪੁੱਜੀ ਤਾਂ ਉੱਥੇ ਨਾ ਤਾਂ ਬੰਦਾ ਸਿੰਘ ਸੀ ਅਤੇ ਨਾ ਹੀ ਉਸਦਾ ਕੋਈ ਸਿੰਘ ਸੀ। ਸਿੰਘਾਂ ਵਾਲੇ ਪਾਸਿਓਂ ਵੀ ਕੋਈ ਗੱਲ ਸਾਫ਼ ਨਹੀਂ ਹੁੰਦੀ ਕਿ ਉਹਨਾਂ ਇਸ ਵੇਲੇ ਕੀ ਕੀਤਾ। ਸ਼ਾਹੀ ਫੌਜ ਕਿਲ੍ਹੇ ਤੱਕ ਸੁੱਕੀ ਕਿਵੇਂ ਪਹੁੰਚੀ, ਕੋਈ ਲਿਖਤੀ ਸਬੂਤ ਨਹੀਂ। ਇਹ ਅਨੁਮਾਨ ਹੀ ਕਿ ਸਢੌਰੇ ਦੀ ਗੜੀ ਖਾਲੀ ਕਰ ਦੇਣ ਦੇ ਕੁਝ ਚਿਰ ਬਾਅਦ ਉਹਨਾਂ ਕਿਸੇ ਮਿੱਥੀ ਹੋਈ ਚਾਲ ਦੇ ਤਹਿਤ ਲੋਹਗੜ੍ਹ ਨੂੰ ਖਾਲੀ ਕਰ ਦੇਣਾ ਵਾਜਿਬ ਸਮਝਿਆ ਅਤੇ ਦੁਸ਼ਮਣ ਨੂੰ ਸੂਹ ਲੱਗਣ ਤੋਂ ਪਹਿਲਾਂ ਛੱਡ ਕੇ ਚੁੱਪਚਾਪ ਪਹਾੜਾਂ ਵੱਲ ਨਿਕਲ ਕੇ ਅਲੋਪ ਹੋ ਗਏ। ਸ਼ਾਹੀ ਲਸ਼ਕਰ ਆਪਣੇ ਕੰਪੂ ਲਈ ਚੰਗੇ ਥਾਂ ਦੀ ਤਲਾਸ਼ ਵਿੱਚ ਸੀ। ਕੁਝ ਪਾਣੀ ਦੀ ਭਾਲ ਵਿੱਚ ਸਨ, ਦੂਜੇ ਖਾਈ ਪੁੱਟਣ ਅਤੇ ਮਿੱਟੀ ਬਾਹਰ ਕੱਢਣ ਦੇ ਆਹਾਰ ਵਿੱਚ ਸਨ। ਉਹਨਾਂ ਦੇ ਸਵਾਰਾਂ ਦਾ ਇੱਕ ਦਸਤਾ ਤੇਜ਼ੀ ਨਾਲ ਇੱਕ ਟਿੱਬੇ ਵੱਲ ਨੂੰ ਇਸ ਖਿਆਲ ਨਾਲ ਗਿਆ ਕਿ ਸਿੰਘਾਂ ਦੇ ਮੋਰਚਿਆਂ ਦਾ ਪਤਾ ਕਰੇ ਕਿ ਉਹਨਾਂ ਦੀ ਡਿੱਠ ਵੇਖੇ। ਜਦ ਉਹ ਉਸ ਦੇ ਸਿਰ ਤੇ ਚੜ੍ਹੇ ਤਾਂ ਉਹਨਾਂ ਨੇ ਵੇਖਿਆ ਕਿ ਸਿੰਘ ਪਹਾੜੀ ਦੀ ਪਰਲੀ ਢਲਾਣ ਵੱਲ ਉਤਰ ਕੇ ਅਲੋਪ ਹੋ ਗਏ ਹਨ। ਸਿੰਘਾਂ ਦੇ ਇਸ ਤਰ੍ਹਾਂ ਖਿਸਕ ਜਾਣ ਨਾਲ ਬਾਦਸ਼ਾਹੀ ਲਸ਼ਕਰੀਆਂ ਨੂੰ ਹੋਰ ਵੀ ਅਚੰਭਾ ਹੋਇਆ। ਜਦ ਉਹਨਾਂ ਨੇ ਮੁਗਲ ਫੌਜਾਂ ਨਾਲ ਟੱਕਰ ਲੈਣ ਲਈ ਸਿੰਘਾਂ ਦੀ ਐਡੀ ਤਕੜੀ ਤਿਆਰੀ ਦੇ ਸਮਾਨ ਅਤੇ ਪ੍ਰਬੰਧ ਵੇਖੇ। ਪਹਾੜੀ ਦੇ ਪੈਰਾਂ ਵਿੱਚ ਪਹਿਲੇ ਟਿੱਬੇ ਤੋਂ ਲੈ ਕੇ ਲੋਹਗੜ੍ਹ ਦੀ ਦੀਵਾਰ ਤੱਕ ਉਹਨਾਂ ਨੇ ਆਪਣੇ ਮੋਰਚੇ ਤੇ ਹਿਫਾਜ਼ਤੀ ਚੌਕੀਆਂ ਇਸ ਢੰਗ ਨਾਲ ਬਣਾਈਆਂ ਹੋਈਆਂ ਸਨ ਕਿ ਇੱਕ ਤੋਂ ਦੂਸਰੀ ਦੀ ਮਦਦ ਹੋ ਸਕਦੀ ਸੀ ਤਾਂ ਹਮਲੇ ਲਈ ਚੜ੍ਹੇ ਆ ਰਹੇ ਦੁਸ਼ਮਣ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅੱਗ ਵਰਾਈ ਅਤੇ ਵੈਰੀ ਨੂੰ ਮੌਤ ਦੀ ਨੀਂਦ ਸੁਆਇਆ ਜਾ ਸਕਦਾ ਸੀ। ਲਸ਼ਕਰੀਆਂ ਇਹ ਸਭ ਕੁਝ ਅੱਖੀਂ ਵੇਖਿਆ। ਉਹ ਸਿੰਘਾਂ ਦੀ ਇਸ ਆਦਤ ਤੋਂ ਉਹ ਅੱਗੇ ਲੱਗ ਕੇ ਇੱਕਦਮ ਮੁੜ ਕੇ ਵੈਰੀ ਤੇ ਟੁੱਟ ਪੈਂਦੇ ਹਨ ਅਤੇ ਮਗਰ ਲੱਗੇ ਦੁਸ਼ਮਣ ਨੂੰ ਕਸੂਤਾ ਫਾਹੇ ਦਿੰਦੇ ਹਨ। ਇੰਨੇ ਡਰੇ ਹੋਏ ਸਨ ਕਿ ਉਹਨਾਂ ਨੇ ਕਈ ਦਿਨ ਸਿੰਘਾਂ ਦਾ ਪਿੱਛਾ ਹੀ ਨਹੀਂ ਕੀਤਾ। ਸਿੰਘਾਂ ਦੇ ਇਸ ਜੰਗੀ ਦਾਅ-ਪੇਚ ਨੂੰ ਕਾਜ਼ੀ ਨੂਰ ਮੁਹੰਮਦ ਨੇ ਖੂਬ ਸਮਝਿਆ ਸੀ ਅਤੇ ਉਸਦਾ ਜ਼ਿਕਰ ਉਸਨੇ ਜੰਗਨਾਮੇ ਵਿੱਚ ਬੜਾ ਸੋਹਣਾ ਕੀਤਾ ਹੈ। ਕੁਝ ਦੇਰ ਬਾਅਦ ਜਦ ਉਹ ਸਿੰਘਾਂ ਦੇ ਮਗਰ ਲੱਗੇ ਤਾਂ ਉਹਨਾਂ ਨੂੰ ਕਿਤੇ ਉਹਨਾਂ ਦਾ ਖੁਰਾ ਖੋਜ ਵੀ ਨਾ ਲੱਭਾ। ਲੋਹਗੜ੍ਹ ਖਾਲੀ ਕਰਕੇ ਬੰਦਾ ਸਿੰਘ ਦਾ ਸਿੰਘਾਂ ਸਮੇਤ ਇੰਜ ਨਿਕਲ ਜਾਣ ਦੀ ਖਬਰ ਬਾਦਸ਼ਾਹ ਨੂੰ 16 ਨਵੰਬਰ ਨੂੰ ਮਿਲੀ। ਉਸ ਵਿੱਚ ਲਿਖਿਆ ਸੀ ਕਿ ਬੰਦਾ ਸਿੰਘ ਦੇ ਕਈ ਆਦਮੀ ਕਤਲ ਤੇ ਜ਼ਖਮੀ ਹੋਏ ਹਨ। ਉਹਨਾਂ ਦੇ ਬਰੂਦ ਦੇ ਜ਼ਖੀਰੇ ਜ਼ਬਤ ਕਰ ਲਏ ਗਏ ਹਨ। ਸ਼ਾਹੀ ਲਸ਼ਕਰ ਦੇ ਅਫਸਰਾਂ ਚੋਂ ਅਬਦੁਸ ਸਮਦ ਖਾਂ ਦਾ ਬਖਸ਼ੀ ਹਾਜੀ ਕਮਾਲ ਇਹ ਫੌਜੀ ਕਮਾਂਡਰ ਸੀ। ਜੈਨੂਦੀਨ ਅਹਿਮਦ ਖਾਂ ਦਾ ਭਤੀਜਾ ਅਬੁਲ ਮੁਕਾਰਮ ਫਤਿਹ ਖਾਂ ਆਦਿ ਘਾਇਲ ਹੋਏ ਹਨ। ਕਤਲ ਹੋਏ ਅਤੇ ਜ਼ਖਮੀ ਸਿੰਘਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰ ਜ਼ਕਰੀਆ ਖਾਂ ਦਿੱਲੀ ਲੈ ਗਿਆ ਅਤੇ 29 ਨਵੰਬਰ ਨੂੰ ਇਹ ਸਿਰ ਨੇਜ਼ਿਆਂ ਤੇ ਟੰਗ ਕੇ ਬਾਦਸ਼ਾਹ ਨੂੰ ਪੇਸ਼ ਕੀਤੇ ਗਏ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 133 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।